उन्होंने कहा सी कि गुरु नानक नूं सिੱਖੀ तो आज़ाद कराउणा पैना, क्योंकि जिहड़ी सिੱਖੀ अज प्रचलित है वो कभी भी गुरु पातशाह ने तोड़ी नहीं। 52 ਕਵੀਆਂ ਦੇ ਨਾਲ ਕਈ ਕਵੀ ਤਾਂ 24 ਘੰਟੇ ਮਹਾਰਾਜ ਦੇ ਨਾਲ ਹੀ ਰਹਿੰਦੇ ਸੀਗੇ। ਉਹ ਮਹਾਰਾਜ ਦੀ ਕੱਲੀ ਗੱਲ ਨੋਟ ਕਰਦੇ ਸੀਗੇ। ਜ਼ਰੂਰੀ ਨਹੀਂ ਹੈ ਕਿ ਉਹ ਮਹਾਰਾਜ ਨੇ ਕਿਸੇ ਗ੍ਰੰਥ ਵਿੱਚ ਦਰਜ ਨਹੀਂ ਕਰੀ ਗੱਲ ਕਿ ਉਹ ਮਹਾਰਾਜ ਨੇ ਕਹੀ ਨਹੀਂ ਹੈ। ਹੁਣ ਕਿਉਂ ਨਹੀਂ ਆ ਰਿਹਾ? ਫਿਰ ਮੈਂ ਦੇਖੋ ਬੈਂਗਲੌਰ ਤੋਂ ਇੱਥੇ ਚੱਲ ਕੇ ਆਇਆ ਤੇ ਹੁਣ ਉਹ ਕਿਉਂ ਨਹੀਂ ਸਾਹਮਣੇ ਆ ਰਿਹਾ? ਤੁਸੀਂ ਉਹਨੂੰ ਕਿਹਾ ਵੀ ਭਾਈ ਤੁਹਾਨੂੰ ਇੰਟਰਵਿਊ ਕਰਾ ਰਿਹਾ ਸਿੰਘ, ਆ ਜਾ ਫਿਰ। तो बेअदबी ते भी जदों इकबाल सिंह ढिल्लों नाल गल हो रही सी, हालांकि मैं उस गल ते किंतु भी की, मैं सवाल किया उन्हों का, पर यह कहना सी वो अटल सी इस गल ते कि बेअदबी करने वाला नहीं, बेअदबी महसूस करने वाला पहला दोषी है। भी ये कतल किवें कर देंदे ने, इन्हां नूं कौन इजाजत दिंदा है? गुरु ग्रंथ साहिब महाराज इन्ने उच्चे, उन्हां दी बेअदबी कोई करे नहीं सकता। किसी दी इन्नी हैसियत नहीं कोई बेअदबी करदा। एक गल ते तां तुहाडी तुसीं इकबाल सिंह ढिल्लों नाल सोच रली आ, वो ऐ कहंदे मेरी सोच उहदे नाल कदे भी नहीं रल सकदी। ਹੁਣ ਇਹ ਗੱਲ ਕਹੀ ਹੈ ਕਿ ਇਹਨੂੰ ਦੇਹ ਮਨਾ ਦਿੱਤਾ ਤੁਸੀਂ, ਹਨਾ, ਤੇ ਆਗਿਆ ਪਈ ਉਹਨਾਂ ਨੇ ਕਿਹਾ ਵੀ ਤੱਤੇ ਠੰਡੇ ਦਾ ਗਰਮੀ ਸਰਦੀ ਦਾ ਧਿਆਨ ਰੱਖਿਆ ਜਾਂਦਾ, ਏਸੀ ਚਲਾਏ ਜਾਂਦੇ ਨੇ, ਹੀਟਰ ਚਲਾਏ ਜਾਂਦੇ ਨੇ, ਕਿ ਖੰਡਵਾਦ ਹੈ, ਬ੍ਰਾਹਮਣਵਾਦ। ਆਹ ਪੱਥਰ ਦਿਖਾਓ ਮੈਨੂੰ 2 ਮਿੰਟ, ਆਹ ਦਿਖਾ, ਆਹ ਲੈ ਕੇ ਆਓ 2 ਮਿੰਟ। ਹੁਣ ਆਹ ਪੱਥਰ ਹੈ, ਕਿਆ ਇਸ ਦੇ ਅੰਦਰ ਉਹ ਵਿਸ਼ਨੂੰ ਦੀ ਮੂਰਤੀ ਨਿਕਲ ਸਕਦੀ ਕਿ ਨਹੀਂ ਨਿਕਲ ਸਕਦੀ? ਕਿ ਜਿਵੇਂ ਪੱਥਰ ਦੇ ਅੰਦਰ ਉਹ ਪ੍ਰਮਾਤਮਾ ਨਿਕਲ ਸਕਦਾ ਹੈ, ਤੁਹਾਡੇ ਦਿਲ ਰੂਪੀ ਪੱਥਰ ਦੇ ਅੰਦਰ ਵੀ ਪ੍ਰਮਾਤਮਾ ਨਿਕਲ ਸਕਦਾ ਹੈ। ਉਹ ਇੱਕ ਸਿੰਬਲ ਹੈ, ਉਹਦੇ ਨਾਲ ਜੋੜਿਆ ਨਹੀਂ ਗਿਆ, ਉਹ ਸੰਕੇਤਕ ਸਿੰਬਲ ਹੈ। मनशा रखना सब तो वड्डी बेअदबी, सब तो वड्डी बेअदबी है कि मैं बेअदबी करनी, चाहे वो बेअदबी करन दा, चाहे ਉਹਦੀ फैमिली ਨੂੰ हायर करिया, क्योंकि ਜਿਹੜੀਆਂ ਸਰਕਾਰਾਂ ਹੀ ਬੇਅਦਬੀਆਂ ਕਰਾਉਂਦੀਆਂ, ਹੋਰ ਕਿਸੇ ਦੀ ਕੀ ਔਕਾਤ ਹੈ ਬੇਅਦਬੀ ਕਰਨ ਦੀ? ਖਾਲਿਸਤਾਨ ਦਾ ਕਨਸੈਪਟ, ਖਾਲਿਸਤਾਨ ਦਾ ਕੋਈ ਕਨਸੈਪਟ ਨਹੀਂ, ਕੋਈ ਕਨਸੈਪਟ ਹੀ ਨਹੀਂ ਹੈ। ਦੇਖੋ ਜਨਾਸੀ ਪਿੰਡਰਾਂ ਨੂੰ ਆਪਾਂ ਸਾਰੇ ਜਾਣਦੇ ਮਹਾਂਪੁਰਸ਼ਾਂ ਨੂੰ ਜੀ, 18 ਮਤੇ ਚ ਖਾਲਿਸਤਾਨ ਹੈ। ਅੰਮ੍ਰਿਤਪਾਲ ਕਹਿੰਦੇ ਸੀ ਸਿਰ ਦਿਓ, ਤੇ ਇਹ ਜੋ ਸਿਰ ਮੰਗਿਆ ਗਿਆ ਉਹਨਾਂ ਵੱਲੋਂ ਜਾਂ ਜੋ ਕੁਝ ਹੋਇਆ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ, ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਐਦਾਂ ਦੇ ਮੈਂ ਝੱਲੇ ਬਾਜੇ ਮੰਦਬੁੱਧੀ ਥੋੜਾ ਨਾ ਪਿੱਛੇ ਲਾਉਂਗਾ ਆਪਣੇ ਯਾਰ, ਹੈਨਾ, ਜਿਹੜੇ ਦੌੜ ਦੇ ਵੇਲੇ ਅੰਮ੍ਰਿਤਪਾਲ ਦੀ ਫੌਜ ਮੰਦਬੁੱਧੀਆਂ ਦੀ ਸੀ, ਯਾਨੀ ਕਿ ਸਿੱਖੀ ਤੋਂ ਦੂਰ ਸੀ। ਜਿਹੜੇ ਉਹ ਫੋਲੋਵਰਸ ਹੈ ਵੀਰ ਜੀ, ਉਹ ਵੀ ਮੰਦਬੁੱਧੀ ਹੀ ਨੇ। ਹੁਣ ਮਾਸਟਰਬੇਸ਼ਨ ਪਤਾ ਨਾ ਤੁਹਾਨੂੰ, ਹਸਤ ਮੈਂ ਤੋਂ ਜੀ ਜਿਹੜੇ ਉਹ ਕਰਦੇ ਨੇ ਨਾ ਨਿਆਣੇ, ਉਹ ਮੇਰੇ ਤੋਂ ਦੂਰ ਹੀ ਰਹਿਣ। ਮਰਦ ਮੇਰੇ ਕੋਲ ਆਣ ਕਿ ਉਹਨੇ ਸਿੱਖੀ ਨੂੰ ਦਾਗ ਲਾਇਆ, ਤੇ ਸਿੱਖੀ ਦਾ ਦਾਗ ਧੋਣ ਵਾਸਤੇ ਹੁਣ ਅਸੀਂ ਆਏ ਹੋਏ ਹਾਂ। ਅਸੀਂ ਮੈਦਾਨ ਵਿੱਚ ਉਤਰ ਚੁੱਕੇ ਹਾਂ। ਪੰਜਾਬ ਅਨਕਟ ਦੇਖ ਰਹੇ ਹੋ ਤੁਸੀਂ, ਬਰਾਊਜ਼ ਡੇਲੀ ਟੀਵੀ ਤੇ ਵੀ ਤੁਹਾਡਾ ਸਵਾਗਤ ਹੈ। ਮੈਂ ਕਰਨ ਹਾਂਡਾ। ਬੀਤੇ ਦਿਨੀ ਸਾਡੇ ਵੱਲੋਂ ਕੀਤੀ ਗਈ ਇੱਕ ਇੰਟਰਵਿਊ ਦੇ ਵਿੱਚ ਇਕਬਾਲ ਸਿੰਘ ਢਿੱਲੋਂ ਹੁਣਾਂ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਸੀ ਸਿੱਖੀ ਨੂੰ ਲੈ ਕੇ, ਸਿੱਖੀ ਦੀਆਂ ਪਰੰਪਰਾਵਾਂ ਨੂੰ ਲੈ ਕੇ, ਜਿਨ੍ਹਾਂ ਪਰੰਪਰਾਵਾਂ ਨੂੰ ਅੱਜ ਵੱਡੇ ਪੱਧਰ ਤੇ ਮਾਨਤਾ ਦਿੱਤੀ ਗਈ ਹੈ, ਉਹਨਾਂ ਨੂੰ ਬ੍ਰਾਹਮਣਵਾਦ ਦੀ ਪੈਦਾਇਸ਼ ਦੱਸਿਆ ਗਿਆ ਸੀ ਉਸ ਇੰਟਰਵਿਊ ਦੇ ਵਿੱਚ। ਤੇ ਕਈ ਸਾਰੇ ਹੋਰ ਵੀ ਵੱਡੇ ਸਵਾਲ ਪੈਦਾ ਹੋਏ ਸੀ, ਜੋ ਕਿ ਸ਼ਾਇਦ ਉਹਨਾਂ ਸਵਾਲਾਂ ਨੇ ਅੱਗੇ ਜਾ ਕੇ ਲੋਕਾਂ ਦੇ ਮਨਾਂ 'ਚ ਵੀ ਕਈ ਸਾਰੇ ਸਵਾਲ ਪੈਦਾ ਕੀਤੇ। ਸਾਡੇ ਨਾਲ ਬਾਈ ਗੁਰਬਖਸ਼ ਸਿੰਘ ਹੁਣੀ ਅੱਜ ਮੌਜੂਦ ਨੇ, ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ, ਕਿਉਂਕਿ ਉਹਨਾਂ 'ਚੋਂ ਕਈ ਸਵਾਲਾਂ ਦੇ ਜਵਾਬ ਉਹ ਦੇਣਾ ਚਾਹੁੰਦੇ ਨੇ। ਗੱਲਬਾਤ ਸ਼ੁਰੂ ਕਰਦੇ ਹਾਂ, ਜਾਣਦੇ ਹਾਂ। ਪਹਿਲਾਂ ਤਾਂ ਬਾਈ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਪਹਿਲਾ ਸਵਾਲ ਤਾਂ ਇਹੀ, ਜਦੋਂ ਪੂਰਾ ਨਾਮ ਤੁਹਾਡਾ ਮੈਂ ਪੁੱਛਿਆ, ਤੁਸੀਂ ਕਿਹਾ ਗੁਰਬਖਸ਼ ਸਿੰਘ VPS ਕਲਕੀ, ਤੇ ਸਰੂਪ ਤੁਹਾਡਾ ਖਾਲਸਾ ਆ, ਰੂਪ ਤੁਹਾਡਾ ਖਾਲਸਾ ਆ। ਕਲਕੀ ਤੋਂ ਭਾਵ ਕਿਵੇਂ ਇਹ ਨਾਂ ਜੋੜਿਆ ਤੁਸੀਂ, ਇਹਦੇ ਮਾਇਨੇ ਕੀ ਨੇ? ਆਮ ਲੋਕਾਂ ਨੂੰ ਸ਼ਾਇਦ ਇਸ ਗੱਲ ਬਾਰੇ ਬਹੁਤੀ ਜਾਣਕਾਰੀ ਨਾ। ਦੇਖੋ, ਕਲਕੀ ਨੂੰ ਲੋਕਾਂ ਨੇ ਕਿਸੇ ਹੋਰ ਤਰੀਕੇ ਨਾਲ ਪ੍ਰਮੋਟ ਕੀਤਾ ਹੋਇਆ ਹੈ। ਕਲਕੀ ਦਾ ਮਤਲਬ ਹੈ, ਸੰਸਕ੍ਰਿਤ ਦਾ ਸ਼ਬਦ ਹੈ, ਇਹਦਾ ਅਰਥ ਹੈ ਸ਼ੁੱਧ, ਪਵਿੱਤਰ। ਖਾਲਸਾ ਅਰਬੀ ਦਾ ਸ਼ਬਦ ਹੈ, ਪਰਸ਼ੀਅਨ ਲੈਂਗੁਏਜ ਦਾ ਸ਼ਬਦ ਹੈ, ਉਹਦਾ ਮਤਲਬ ਵੀ ਸ਼ੁੱਧ ਹੈ। ਕੋਈ ਇਹਦੇ ਵਿੱਚ ਆਪਾਂ ਨਹੀਂ ਪੈਣਾ ਕਿ ਹਾਂ ਕਲਕੀ ਰੱਖਤਾ, ਖਾਲਸਾ ਨੇ ਰੱਖਿਆ। ਜਿਹੜਾ ਸਹੀ ਕੰਮ ਕਰੇਗਾ ਉਹ ਕਲਕੀ ਹੈ। ਉਹ ਤੁਸੀਂ ਵੀ ਹੋ ਸਕਦੇ ਹੋ, ਮੈਂ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਜਿਹੜਾ ਦੇਸ਼ ਦੇ ਹਿੱਤ ਵਿੱਚ ਕੰਮ ਕਰਦਾ ਆ, ਆਪਣਾ ਗਰੀਬਾਂ ਦੇ ਮਜ਼ਲੂਮਾਂ ਲਈ ਜਿਹੜਾ ਹਮੇਸ਼ਾ ਤੜਪਦਾ ਆ, ਉਹਦੇ ਲਈ ਅੱਗੇ ਆਉਂਦਾ ਆ, ਉਹ ਕਲਕੀ ਹੈ। ਬਸ ਇਹਦਾ ਸਿੰਪਲ ਆਹੀ ਵਿਸ਼ੇ ਹੈ ਜੀ। ਪਰ ਕਈ ਲੋਕ ਇਹ ਵੀ ਕਹਿ ਸਕਦੇ ਨੇ ਵੀ ਗੁਰੂ ਸਾਹਿਬ ਉਹਨਾਂ ਨੇ ਖਾਲਸਾ ਲਫ਼ਜ਼ ਵਰਤਿਆ ਸੀ, ਉਹੀ ਲਾ ਲੈਣਾ ਸੀ। ਨਹੀਂ, ਖਾਲਸਾ ਗੁਰਬਖਸ਼ ਸਿੰਘ ਖਾਲਸਾ ਮੇਰਾ ਪੂਰਾ ਨਾਮ ਹੈ ਜੀ, ਜੋ ਹਜੂਰ ਸਾਹਿਬ ਤੋਂ ਮੈਨੂੰ ਮਿਲਿਆ ਹੈ। VPS ਕਲਕੀ ਮੇਰਾ ਨਿਕਨੇਮ ਹੈ, ਜਿਵੇਂ ਤੁਹਾਡਾ ਵੀ ਕੋਈ ਨਿਕਨੇਮ ਹੋਏਗਾ, ਤਾਂ ਮੇਰਾ ਇਹ ਨਿਕਨੇਮ ਹੈ VPS ਕਲਕੀ ਜੀ। ਤਾਂ ਗੱਲਬਾਤ ਸ਼ੁਰੂ ਕਰਦੇ ਹਾਂ ਬਾਈ ਗੁਰਬਖਸ਼ ਸਿੰਘ ਜੀ। ਸਾਰੇ ਮਸਲਿਆਂ ਉੱਤੇ ਆਪਾਂ ਵਿਚਾਰ ਕਰਾਂਗੇ। ਪਹਿਲਾਂ ਇੱਕ ਜੇ ਸਵਾਲ ਜੋ ਤਿੱਖਾ ਸੁਣਨ 'ਚ ਲੱਗਦਾ ਆ, ਜੋ ਉਸ ਵੀਡੀਓ ਦੇ ਵਿੱਚ ਵੀ ਚੁੱਕਿਆ ਗਿਆ ਸੀ, ਉਹੀ ਸਵਾਲ ਮੈਂ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਤੁਹਾਡੇ ਕੋਲੋਂ ਜੇ ਪੁੱਛ ਲੈਣਾ। ਉਹਨਾਂ ਨੇ ਕਿਹਾ ਸੀ ਕਿ ਗੁਰੂ ਨਾਨਕ ਨੂੰ ਸਿੱਖੀ ਤੋਂ ਆਜ਼ਾਦ ਕਰਾਉਣਾ ਪੈਣਾ, ਕਿਉਂਕਿ ਜਿਹੜੀ ਸਿੱਖੀ ਅੱਜ ਪ੍ਰਚਲਿਤ ਹੈ ਉਹ ਕਦੀ ਵੀ ਗੁਰੂ ਪਾਤਸ਼ਾਹ ਨੇ ਤੋਰੀ ਨਹੀਂ। ਉਹਨਾਂ ਨੇ ਆਜ਼ਾਦ ਤਾਂ ਕੀਤਾ ਸੀ ਪੰਥ, ਪਰ ਇਸ ਤਰੀਕੇ ਪੰਥ ਨਹੀਂ ਤੋਰਿਆ ਜਿਵੇਂ ਮੁਹੰਮਦ ਨੇ ਤੋਰਿਆ ਜਾਂ ਜਿਵੇਂ ਹੋਰਾਂ ਨੇ ਤੋਰਿਆ।
ਵੀ ਅੱਜ ਜੋ ਰੂਪ ਹੈ ਸਿੱਖ ਦਾ, ਜਾਂ ਜੋ ਸਿੱਖੀ ਦੇ ਵਿੱਚ ਜੋ ਅੱਜ ਮਾਨਤਾਵਾਂ ਨੇ, ਉਹਨਾਂ ਦਾ ਕਹਿਣਾ ਸੀ ਇਹ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਜੋ ਫਲਸਫੇ ਸੀ ਉਹਨਾਂ ਤੋਂ ਉਲਟ ਨੇ। ਇਸ ਗੱਲ ਦੇ ਵਿੱਚ ਕਿੰਨਾ ਕੁ ਤੱਥ ਹੈ? ਦੇਖੋ, ਸਭ ਤੋਂ ਪਹਿਲਾਂ ਜਦੋਂ ਆਪਾਂ ਕੋਈ ਬੰਦਾ ਸਵਾਲ ਕਰਦਾ ਹੈ ਨਾ, ਹਰ ਇਨਸਾਨ ਦਾ ਇੱਕ ਹੱਕ ਹੈ ਸਵਾਲ ਕਰਨਾ, ਬਟ ਜਿਹੜਾ ਸਵਾਲ ਹੈ ਨਾ ਉਹਦੀ ਜਿਹੜੀ ਬੁਨਿਆਦ ਕੀ ਹੈ ਇਹ ਸਭ ਤੋਂ ਪਹਿਲਾਂ ਪਤਾ ਹੋਣੀ ਚਾਹੀਦੀ ਹੈ। ਹੁਣ ਇਹ ਸਵਾਲ ਜੋ ਕੀਤਾ ਗਿਆ ਆ, ਇਹ ਸਵਾਲ ਦੀ ਬੁਨਿਆਦ ਕੀ ਹੈ ਤੇ ਕਰਨੇ ਵਾਲਾ ਬੰਦਾ ਕੌਣ ਹੈ? ਕਿਆ ਉਹਦੇ ਪਰਿਵਾਰ ਵਿੱਚੋਂ ਕਿਸੇ ਨੇ ਅੱਜ ਤੱਕ ਸ਼ਹੀਦੀ ਦਿੱਤੀ ਆ, ਕੋਈ ਸਿੱਖੀ ਲਈ ਕੁਝ ਕੀਤਾ ਆ, ਜਾਂ ਕੁਛ ਉਹਦਾ ਜਪ ਤਪ ਹੈਗਾ ਆ, ਕੁਛ ਨਿਤਨੇਮ ਹੈਗਾ ਆ, ਕੋਈ ਬਾਣੀ ਦੀ ਰਚਨਾ ਉਹਨੇ ਕੀਤੀ ਹੈ, ਕਿਸੇ ਗ੍ਰੰਥ ਦੀ ਰਚਨਾ ਉਹਨੇ ਕੀਤੀ ਹੈ? ਇੱਕ ਸਵਾਲ ਕਰ ਦੇਣਾ ਵੀ ਹਾਂ ਇਹ ਏਦਾਂ ਆਜ਼ਾਦ ਕੀਤਾ ਉਹਨਾਂ ਦਾ ਕਹਿਣਾ ਕਿ ਮੈਂ 18-20 ਸਾਲ ਲਾਏ ਆ, ਮੈਂ ਸਿੱਖੀ ਉੱਤੇ ਕਿਤਾਬਾਂ ਵੀ ਲਿਖੀਆਂ, ਮੈਂ ਰਿਸਰਚ ਕੀਤੀ ਆ, ਮੇਰੀ ਰਿਸਰਚ ਦੇ ਵਿੱਚ ਆ ਗੱਲਾਂ ਸਾਹਮਣੇ ਆਈਆਂ ਕਿ ਸਿੱਖੀ ਦਾ ਰਾਹ ਨਿਰਮਲਿਆਂ ਵੱਲੋਂ ਜਾਂ ਉਦਾਸੀਆਂ ਵੱਲੋਂ ਹੋਰ ਪਾਸੇ ਤੋਰ ਦਿੱਤਾ ਗਿਆ, ਇਹ ਰਾਹ ਤੇ ਨਾਨਕ ਪਾਤਸ਼ਾਹ ਨੇ ਨਹੀਂ ਸੀ ਤੋਰਿਆ। ਆਹੋ, ਉਹ ਇਹੀ ਗੱਲ ਕਰ ਰਿਹਾ ਕਿ ਨਿਰਮਲ ਪੰਥ ਨੇ ਜੋ ਦੇਹਧਾਰੀ ਆਪਣਾ ਜੋ ਮੇਨ ਮੈਂ ਗੱਲ ਸੁਣੀ ਜਿਸ ਕਰਕੇ ਮੈਨੂੰ ਆਣਾ ਪਿਆ, ਉਹਨੇ ਇਹ ਗੱਲ ਕਹੀ ਹੈ ਕਿ ਇਹਨੂੰ ਦੇਹ ਮਨਾ ਦਿੱਤਾ ਤੁਸੀਂ, ਹਨਾ, ਤੇ ਆਗਿਆ ਪਈ ਉਹਨਾਂ ਨੇ ਕਿਹਾ ਵੀ ਤੱਤੇ ਠੰਡੇ ਦਾ ਗਰਮੀ ਸਰਦੀ ਦਾ ਧਿਆਨ ਰੱਖਿਆ ਜਾਂਦਾ, ਏਸੀ ਚਲਾਏ ਜਾਂਦੇ ਨੇ, ਹੀਟਰ ਚਲਾਏ ਜਾਂਦੇ ਨੇ, ਕਿ ਇਹ ਪਖੰਡਵਾਦ ਹੈ, ਬ੍ਰਾਹਮਣਵਾਦ ਹੈ। ਆਹੋ, ਉਹਨੇ ਗੱਲ ਆ ਗਈ ਨਾ ਉਹੀ ਗੱਲ, ਜਦੋਂ ਹੁਣ ਅਸੀਂ ਇਹ ਸਵਾਲ ਕਰ ਰਹੇ ਹਾਂ, ਇਹ ਮੁੱਦਾ ਉਹ ਚੁੱਕ ਰਹੇ ਆ, ਪਹਿਲੀ ਗੱਲ ਤਾਂ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ, ਕੁਝ ਵੀ ਨਹੀਂ ਹੈ ਜਿਹਨੇ ਇਹ ਸਵਾਲ ਕੀਤਾ ਆ। ਹੁਣ ਦੂਸਰੀ ਗੱਲ ਇਹ ਹੈ ਕਿ ਜਿੰਦਾ ਗੁਰੂ ਦਾ ਮਤਲਬ ਕੀ ਹੈ? ਕੋਈ ਹਿਊਮਨ ਬੋਡੀ ਹੈ, ਉਹਨੂੰ ਠੰਡਾ ਗਰਮ ਮਹਿਸੂਸ ਹੁੰਦਾ ਕਿ ਨਹੀਂ ਹੁੰਦਾ ਜੀ? ਇਹ ਗੱਲ ਕਲੀਅਰ ਹੈ ਨਾ ਜੀ। ਹੁਣ ਇੱਥੇ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁਝ ਵਿਚਾਰਾਂ ਦੀ ਮੈਂ ਗੱਲ ਕਰੂੰਗਾ। ਇਹ ਸਵਾਲ ਕਰਨਾ ਬੜਾ ਸੌਖਾ ਆ, ਇਹਦੀ ਜਿਹੜੀ ਬੇਸਿਕ ਨੌਲੇਜ ਨੂੰ ਜਾਣਨਾ ਬੜਾ ਔਖਾ ਆ, ਉਹਦੇ ਲਈ ਥੋੜਾ ਟਾਈਮ ਕੱਢਣਾ ਪੈਂਦਾ। ਆਖਣ ਔਖਾ ਸੱਚਾ ਨਾ ਹੋ। ਹੁਣ ਪਹਿਲਾਂ ਆਪਾਂ ਇਹ ਸੋਚ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਐਡਾ ਵੱਡਾ ਉੱਚਾ ਦਰਜਾ ਦਿੱਤਾ ਹੋਇਆ ਕਿਉਂ ਹੈ? ਜਿਹਨੂੰ ਨਹੀਂ ਪਤਾ ਉਹਦੇ ਇਹੋ ਜਿਹੇ ਸਵਾਲ ਤਾਂ ਹੋਣਗੇ। ਇਹ ਮੈਂ ਅਖੀਰ 'ਚ ਦੱਸੂਗਾ। ਇਹੋ ਜਿਹੇ ਸਵਾਲ ਕਰਨ ਵਾਲੇ ਕਿਹੜੀ ਪ੍ਰਜਾਤੀ ਦੇ ਲੋਕ ਹੁੰਦੇ ਨੇ, ਉਹ ਪਿੰਡ 'ਚ ਦੱਸਾਂਗੇ। ਹੁਣ ਆਪਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮਾਨ ਦੀ ਗੱਲ ਕਰੀਏ ਵੀ ਸਨਮਾਨ ਦਾ ਕਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੂਰੇ ਆਉਣ ਵਾਲੇ ਸਮੇਂ ਦਾ ਪੂਰਾ ਗਿਆਨ ਸੀ। ਉਹਨਾਂ ਨੇ 100 ਸਾਖੀ ਲਿਖੀ ਹੈ, ਠੀਕ ਹੈ ਨਾ, 100 ਸਾਖੀ ਲਿਖੀ, ਉਹਦੇ 'ਚ ਸਾਰਾ ਕੁਝ ਲਿਖਿਆ ਹੋਇਆ ਹੈ। ਕਿਵੇਂ ਆਪਣਾ ਬੰਗਲਾਦੇਸ਼ ਲੱਗ ਹੋਇਆ, ਢਾਕਾ ਬਣਿਆ, ਹੈ ਨਾ, ਉਸ ਤੋਂ ਬਾਅਦ ਕਿਵੇਂ ਇੱਕ ਤੀਰ ਵਾਲਾ ਸਿੰਘ ਮੇਰਾ ਆਏਗਾ, ਕਿਵੇਂ ਉੱਥੇ ਖੂਨ ਬਹੇਗਾ, ਹੈ ਨਾ, ਉਹ ਸਾਰਾ ਲਿਖਿਆ ਹੋਇਆ। ਰੰਡੀ ਦਾ ਰਾਜ ਲਿਖਿਆ ਹੋਇਆ, ਸਭ ਕੁਝ ਲਿਖਿਆ ਹੋਇਆ। ਦਿੱਲੀ ਤਖਤ 'ਤੇ ਫੌਜੀ ਬੈਠੇਗੇ ਵੀ ਲਿਖਿਆ ਹੋਇਆ। ਉਹਨਾਂ ਦੀ ਦੂਰਦ੍ਰਿਸ਼ਟੀ ਬੜੀ ਸੀਗੀ। ਉਹਨਾਂ ਨੂੰ ਪਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਦੇਹਧਾਰੀ ਗੁਰੂ ਬੜੇ ਆ ਜਾਣਗੇ। ਦੇਹਧਾਰੀ ਗੁਰੂ ਜਿਹੜੇ ਆਣਗੇ, ਉਹਨਾਂ ਨੇ ਆ ਕੇ ਉਸ ਟਾਈਮ ਦੀਆਂ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਫਸਣਾ ਹੀ ਫਸਣਾ ਆ। ਤੇ ਜਿਹੜੀ ਸੰਗਤ ਸਿੱਖੀ ਸਿਧਾਂਤ ਤੇ ਚੱਲਦੀ ਹੋਏਗੀ, ਜਿਹੜਾ ਦੇਹਧਾਰੀ ਹੋਏਗਾ ਉਹਨੂੰ ਕਦੇ ਨਾ ਕਦੇ, ਹੁਣ ਜਿਹੜਾ ਦੇਹਧਾਰੀ ਗੁਰੂ ਗੋਬਿੰਦ ਸਿੰਘ ਤਾਂ ਬਣ ਨਹੀਂ ਸਕਦਾ, ਜਿਹੜਾ ਨੈਕਸਟ ਕੋਈ ਹੋਣਾ ਸੀਗਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਹੀ ਸਾਰੀ ਪਾਵਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਰਕੇ ਪਾਤੀ ਹੈ, ਉਹਨਾਂ ਨੂੰ ਦੇਹ ਇਸ ਕਰਕੇ ਬਣਾਤੇ ਆ ਕਿਉਂਕਿ ਆਉਣ ਵਾਲੇ ਸਮੇਂ 'ਚ ਕੋਈ ਬੰਦਾ ਉਸ ਨੂੰ ਮਿਸਯੂਜ਼ ਨਾ ਕਰੇ ਆਪਣੀ ਪਦਵੀ ਨੂੰ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਖਰੀਦ ਸਕਦਾ ਹੈ? ਕੋਈ ਉਹਨਾਂ ਨੂੰ ਆਪਣੇ ਤਰੀਕੇ ਨਾਲ ਉਹਦੇ ਅੰਦਰ ਲਿਖਤ ਪੜਤ ਕਰ ਸਕਦਾ ਹੈ? ਆਪਣੇ ਤਰੀਕੇ ਨਾਲ ਚਲਾ ਸਕਦਾ? ਨਹੀਂ ਚਲਾ ਸਕਦਾ। ਔਰ ਇੱਥੇ ਹੀ ਸਾਰਾ ਡਾਊਟ ਉਹਨਾਂ ਨੂੰ ਹੁੰਦਾ ਹੈ ਕਿ ਇਹ ਕਿੱਦਾਂ ਹੋ ਗਿਆ। ਹੁਣ ਗੱਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਐਡਾ ਵੱਡਾ 11ਵਾਂ ਪਾਤਸ਼ਾਹ ਕਿਉਂ ਕਿਹਾ ਗਿਆ? ਜੋ ਚੀਜ਼ਾਂ 10ਵੇਂ ਪਾਤਸ਼ਾਹ ਨੇ ਆਪਣੇ ਪੂਰੀ ਜ਼ਿੰਦਗੀ ਵਿੱਚ ਕਰੀਆਂ ਸੀ ਨਾ, ਆਪਣੇ ਅੰਦਰੋਂ ਬਾਹਰ ਕੱਢੀਆਂ ਸੀ, ਧੁਰ ਤੋਂ ਬਾਹਰ ਆਈਆਂ ਸੀਗੀਆਂ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਉਹਨਾਂ ਨੇ ਦਰਜ ਕਰਤੀਆਂ। ਇਹੀ ਸਵਾਲ ਖੜਾ ਹੁੰਦਾ ਕਿ ਉਹਨਾਂ ਨੇ ਗਿਆਨ ਨੂੰ ਗੁਰੂ ਆਖਿਆ ਸੀ, ਗਿਆਨ ਉਹ ਦੇ ਕੇ ਗਏ ਸੀ, ਫਲਸਫੇ ਦੇ ਕੇ ਗਏ ਸੀ ਜਿਨ੍ਹਾਂ ਨੂੰ ਜ਼ਿੰਦਗੀ 'ਚ ਜਿਹੜਾ ਕਿ ਅਪਣਾਉਣਾ ਚਾਹੀਦਾ, ਨਾ ਕਿ ਗ੍ਰੰਥ ਸਾਹਿਬ ਦੀ ਪੂਜਾ ਕਰਨੀ ਸੀ। ਇੱਕ ਜਿਹੜਾ ਗਿਆਨ ਹੈ ਨਾ, ਗਿਆਨ ਦੀ ਇੱਕ ਸੀਮਾ ਆ। ਗੱਡੀ ਚਲਾਉਣ ਦਾ ਤੁਹਾਨੂੰ ਗਿਆਨ ਆ ਗਿਆ, ਉਸ ਤੋਂ ਅੱਗੇ ਥੋੜੀ ਨਾ ਕੁਝ ਕਰ ਲੋਗੇ ਤੁਸੀਂ। ਇੱਕ ਗਿਆਨ ਹੈ, ਇੱਕ ਤੁਹਾਨੂੰ ਫੁੱਲ ਸਟਾਪ ਲੱਗ ਗਿਆ। ਹੁਣ ਇਹ ਤਾਂ ਹੈ ਨਹੀਂ ਤੁਸੀਂ ਗੱਡੀ ਦੇ 2-2 ਸਟੀਅਰਿੰਗ ਬਣਾ ਦੋਗੇ ਅੱਗੇ ਜਾ ਕੇ, ਫਿਊਚਰ ਤੁਹਾਡਾ ਪਲਾਨ ਹੈ। ਉਹਦਾ ਇੱਕ ਗਿਆਨ ਆ, ਗੱਡੀ ਚਲਾਉਣੀ ਆ ਕਿ ਗਿਆਨ ਸੀਮਿਤ ਹੁੰਦਾ ਆ। ਤੇ ਕੋਈ ਵੀ ਚੀਜ਼ ਹੈ, ਵੀਡੀਓ ਸ਼ੂਟ ਦਾ ਗਿਆਨ ਹੈ, ਉਹ ਗਿਆਨ ਹੈ ਇੱਕ, ਹਨਾ, ਟੈਕਨੀਕਲ ਚੀਜ਼ਾਂ ਬਣਾਉਣੀਆਂ, ਉਹ ਗਿਆਨ ਹੈ ਇੱਕ। ਹਰ ਗਿਆਨ ਦੀ ਇੱਕ ਐਂਡ ਹੈ, ਹਰ ਗਿਆਨ ਅਗਿਆਨ ਬਣ ਜਾਏਗਾ ਐਂਡ 'ਚ ਜਾ ਕੇ, ਨੁਕਸਾਨਦੇਹ ਹੈ। ਪਰ ਜਿਹੜੇ ਆ ਗਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ, ਉਹ ਹੈ ਬ੍ਰਹਮ ਗਿਆਨ। ਜਿੱਥੋਂ ਗਿਆਨ ਖਤਮ ਹੁੰਦਾ ਆ, ਉੱਥੇ ਬ੍ਰਹਮ ਗਿਆਨ ਸ਼ੁਰੂ ਹੁੰਦਾ ਆ। ਬ੍ਰਹਮ ਗਿਆਨ ਦੇ ਵਾਸਤੇ ਤੁਹਾਨੂੰ ਬੜਾ ਹੀ ਅਭਿਆਸ ਕਰਨਾ ਪੈਂਦਾ। ਆਪਾਂ ਇੱਕ ਟੌਪਿਕ ਤੇ ਰਹਿਣਾ ਆ, ਇਹ ਸਾਡਾ ਟੌਪਿਕ ਅੱਜ ਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਕਿਉਂ ਦੇ ਕਿਹਾ ਗਿਆ ਹੈ।
ਕਿਉਂਕਿ ਉਹਨੇ ਕਿੰਤੂ ਕੀਤਾ ਨਾ ਉਹ ਬਜ਼ੁਰਗ ਨੇ। ਉਹ ਤਾਂ ਕਿੰਤੂ ਇਹ ਵੀ ਕਰ ਰਹੇ ਨੇ ਵੀ ਗੁਰੂ ਸਾਹਿਬ ਨੇ ਇਹ ਤਾਂ ਕਿਹਾ ਹੀ ਨਹੀਂ ਸੀ, ਗੁਰੂ ਮਾਨਿਓ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਆਖੀ ਵੀ, ਇਹ ਉਹਨਾਂ ਦਾ ਕਥਨ ਦੇਖੋ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਨਾਲ 52 ਕਵੀ ਹੁੰਦੇ ਸੀਗੇ। ਮਹਾਰਾਜ ਸ਼ੌਚਾਲੇ ਜਾ ਰਹੇ ਆ, ਠੀਕ ਹੈ ਨਾ, ਤੇ ਆਪਣਾ ਕਿਰਿਆਕਰਨ ਕਿਤੇ ਵੀ ਜਾ ਰਹੇ ਆ, ਉਦੋਂ ਵੀ ਉਹ ਕੋਈ ਸ਼ਬਦ ਬੋਲ ਰਿਹਾ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ, ਤੇਰਾ ਤੇਰਾ ਬੋਲ ਰਿਹਾ, ਤਾਂ 52 ਕਵੀਆਂ ਦੇ ਨਾਲ ਕਈ ਕਵੀ ਤਾਂ 24 ਘੰਟੇ ਮਹਾਰਾਜ ਦੇ ਨਾਲ ਹੀ ਰਹਿੰਦੇ ਸੀਗੇ। ਉਹ ਮਹਾਰਾਜ ਦੀ ਕੱਲੀ ਕੱਲੀ ਗੱਲ ਨੋਟ ਕਰਦੇ ਸੀਗੇ। ਜ਼ਰੂਰੀ ਨਹੀਂ ਹੈ ਕਿ ਉਹ ਮਹਾਰਾਜ ਨੇ ਕਿਸੇ ਗ੍ਰੰਥ ਵਿੱਚ ਦਰਜ ਨਹੀਂ ਕਰੀ ਗੱਲ, ਕਿਹਾ ਉਹ ਮਹਾਰਾਜ ਨੇ ਕਹੀ ਨਹੀਂ ਹੈ, ਇਹ ਸਿੱਧ ਨਹੀਂ ਹੁੰਦੀ ਗੱਲ। ਔਰ ਜਿਹੜੇ ਪੁਰਾਣੇ ਫਿਲੋਸਫਰ ਸੀਗੇ, ਪੁਰਾਣੇ 500 ਸਾਲ ਪੁਰਾਣੇ ਵਿਵੇਕ ਬੁੱਧੀ ਸਿੰਘ ਸੀਗੇ, ਉਹ ਮੂਰਖ ਥੋੜੀ ਨਾ ਹੈਗੇ ਨੇ। ਜਿਹੜੇ ਅੱਜ ਦੇ ਆਹ ਬਜ਼ੁਰਗ ਤੁਰੇ ਫਿਰਦੇ ਨੇ, ਹੁਣ ਦੇਖੋ ਇਹੋ ਜਿਹੇ ਬਜ਼ੁਰਗ ਬਹੁਤ ਮਰਵਾ ਕੇ ਗਏ ਪੰਜਾਬ ਦੇ ਅੰਦਰ, ਕਿਉਂਕਿ ਇਹਨਾਂ ਨੂੰ ਪਤਾ ਅਸੀਂ ਤਾਂ ਮਰਨਾ ਹੀ ਮਰਨਾ, 100-150 ਤੋਂ ਨਾਲ ਲੈ ਕੇ ਜਾਓ। ਸੋ ਇਸ ਕਰਕੇ ਇਹਦਾ ਕੋਈ ਮਤਲਬ ਬਣਦਾ ਹੀ ਨਹੀਂ ਹੈ। ਹੁਣ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਇਹਦੇ ਵਿੱਚ ਇਹ ਤਾਂ ਨਹੀਂ ਗੱਲ ਕਹੀ ਹੋਈ ਹੈ ਕਿ ਗੁਰੂ ਨੂੰ ਇਸ ਤੋਂ ਇਲਾਵਾ ਕਿਸੇ ਹੋਰ ਨੂੰ ਮੰਨੋ। ਉਹ ਗ੍ਰੰਥ ਨੂੰ ਇਸ ਕਰਕੇ ਮੰਨਣ ਵਾਸਤੇ ਕਿਹਾ ਗਿਆ ਕਿ ਉਹ ਪੂਰੇ ਨੇ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਹੁਣ ਪੂਰਾ ਕਿਵੇਂ ਆ ਦੇਖੋ, ਥੋੜੀ ਜਿਹੀ ਮੈਂ ਆਪਣੀ ਖੋਜ ਰੱਖਣ ਲੱਗਿਆ ਜੋ ਮੈਂ ਆਪ ਖੋਜ ਕਰੀ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੰਗਲਿਸ਼ ਦੀ ਵਰਤੋਂ ਕੀਤੀ ਹੋਈ ਹੈ। ਮੂਲ ਮੰਤਰ ਦੇ ਅੰਦਰ ਇੰਗਲਿਸ਼ ਆ ਜਾਂਦੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇੱਥੇ ਤੱਕ। ਅੱਗੇ ਆਦਿ ਸੱਚ, ਸੱਸਾ ਚੱਚਾ ਥੱਲੇ ਔਂਕੜ ਹੈ, ਆਦਿਕ ਨਹੀਂ ਹੈ। ਇਹ ਸੱਚ ਝੂਠ ਵਾਲਾ ਬਣ ਜਾਏਗਾ, ਨਹੀਂ ਤੂੰ ਬੜਾ ਸੱਚਾ ਮੈਂ ਬੜਾ ਝੂਠਾ। ਉੱਥੇ ਆਦ ਸੱਚ SUCH ਹੈ, ਪ੍ਰਮਾਤਮਾ ਆਦਿ ਤੋਂ ਵੀ ਮੌਜੂਦ ਹੈ, ਜੁਗਾ ਜੁਗਾਂਤਰਾ ਤੋਂ ਮੌਜੂਦ ਹੈ, ਹੁਣ ਵੀ ਮੌਜੂਦ ਹੈ, ਤੇ ਅੱਗੇ ਵੀ ਹੋਸੀ ਪੀ ਸੱਚ SUCH ਸੱਚ ਅੱਗੇ ਵੀ ਮੌਜੂਦ ਹੋਏਗਾ। ਅੱਗੇ ਚਲੋ ਜਪਜੀ ਸਾਹਿਬ ਦੇ ਅੰਦਰ ਸੱਚਖੰਡ ਵਸੇ ਨਿਰੰਕਾਰ ਵਾਲੀ ਜਦੋਂ ਤੁਕ ਆਂਦੀ, ਉੱਥੇ ਆਂਦਾ ਤਿੱਥੈ ਲੋ ਲੋ ਆਕਾਰ। ਉਹ ਸੱਚਖੰਡ ਦੇ ਅੰਦਰ ਨਾ ਮੱਧਮ ਰੂਹਾਂ ਦੇ ਆਕਾਰ ਘੁੰਮਦੇ ਫਿਰਦੇ ਨੇ, ਭ੍ਰਮਣ ਕਰਦੇ ਫਿਰਦੇ ਆ, ਸੈਰ ਕਰਦੇ ਫਿਰਦੇ ਆ, ਨਾਮ ਜਪਦੇ ਫਿਰਦੇ ਆ। ਲੋ ਲੋ LOW ਲੋ LOW ਲੋ, ਇੱਥੇ ਇੰਗਲਿਸ਼ ਆ ਗਈ। ਹੁਣ ਸ਼ਲੋਕ ਦੇ ਅੰਦਰ ਵੀ ਇੰਗਲਿਸ਼ ਆ ਗਈ ਹੈ। ਸ਼ਲੋਕ ਦੇ ਅੰਦਰ ਇੰਗਲਿਸ਼ ਕੀ ਆ ਗਈ ਹੈ? ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਵਾਚੈ WATCHEY। ਇਹਦਾ ਮਤਲਬ ਕਿਆ ਹੈ? ਚੌਂਕੀਦਾਰ। ਚੌਂਕੀਦਾਰ ਕੌਣ ਹੈ? ਚਿੱਤਰਗੁਪਤ। ਚਿੱਤਰਗੁਪਤ ਆ ਗਿਆ ਨਾ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਵਾਚੈ ਧਰਮ ਹਦੂਰ, ਉਹ ਜਿਹੜਾ ਚੌਂਕੀਦਾਰ ਹੈ ਉਹ ਹਜ਼ੂਰੀ ਵਿੱਚ, ਧਰਮਰਾਜ ਦੀ ਹਜ਼ੂਰੀ ਵਿੱਚ ਕਰਮ ਜਾਂਦੇ ਨੇ ਸਾਡੇ, ਉਹ ਸਾਰਾ ਉਹਨੂੰ ਵਾਚਦਾ। ਇੱਥੇ ਫਿਰ ਇੰਗਲਿਸ਼ ਆ ਗਈ। ਉਸ ਤੋਂ ਬਾਅਦ ਕੀਰਤਨ 16 ਚ ਸਹਿਸਤਵ ਨੈਨ ਨਨ NONE ਨਨ, ਇੱਥੇ ਇੰਗਲਿਸ਼ ਦੀ ਵਰਤੋਂ ਕੀਤੀ ਹੋਈ ਹੈ। ਫਿਰ ਅੱਗੇ ਚਲੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ, ਵਾਰ ਦਾ ਮਤਲਬ ਕੀ ਹੁੰਦਾ? ਜੰਗ, WAR ਵਾਰ, ਚੰਡੀ ਦੀ ਵਾਰ, ਇੱਥੇ ਮਹਾਰਾਜ ਨੇ ਇੰਗਲਿਸ਼ ਵਰਤੀ ਹੈ। ਮਦਰ ਦੇਸ਼ ਮਾਂ ਧਰਤੀ ਕਿਹੜੀ? ਪੰਜਾਬ, ਠੀਕ ਹੈ ਨਾ। ਮਦਰ ਦੇਸ਼, ਇਹ ਇੰਗਲਿਸ਼ ਵਰਤੀ ਗਈ ਹੈ। ਇੱਥੇ ਵੀ ਉਹ ਜੇ ਤਰਕ ਦੀ ਗੱਲ ਕਰੀਏ ਤਾਂ ਹਰ ਭਾਸ਼ਾ ਦੇ ਵਿੱਚ ਕੁਝ ਨਾ ਕੁਝ ਅੱਖਰ ਦੂਜੀਆਂ ਭਾਸ਼ਾਵਾਂ ਤੋਂ ਆਏ ਨੇ। ਕੋਈ ਭਾਸ਼ਾ ਆਪਣੇ ਆਪ ਤੇ ਇਕੱਲੀ ਤਾਂ ਖੜੀ ਨਹੀਂ, ਸਾਰੀਆਂ ਭਾਸ਼ਾਵਾਂ 'ਚ ਸ਼ਬਦ ਇੱਧਰ ਉੱਧਰ ਹੋਏ ਨੇ। ਤਾਂ ਮੈਂ ਉਹ ਇੱਕ ਸਵਾਲ ਕਰਨਾ ਚਾਹੂੰਗਾ, ਜਿੱਥੇ ਉਹਨਾਂ ਨੇ ਕਿਹਾ ਕਿ ਜਦੋਂ ਪਹਿਲੇ ਵਾਲੇ ਸਵਾਲ ਤੇ ਵਾਪਸ ਮੁੜਦੇ ਹਾਂ ਕਿ ਬਾਬਾ ਨਾਨਕ ਨੇ ਜਿਸ ਰਸਮੀ ਤੌਰ ਤੇ ਇੱਕ ਪੰਥ ਨਹੀਂ ਸੀ ਤੋਰਿਆ, ਸਿੱਖੀ ਉਹਨਾਂ ਵੱਲੋਂ ਨਹੀਂ ਤੋਰੀ ਗਈ, ਤੇ ਉਹਨਾਂ ਨੇ ਸਵਾਲ ਅੱਗੇ ਚੁੱਕਿਆ ਸੀ ਕਿ ਇਹ ਤੋਰੀ ਐਵੇਂ ਗਈ ਕਿ ਉਹਨਾਂ ਦੇ ਜੋ ਪੁੱਤਰ ਸੀ ਬਾਬਾ ਸ਼੍ਰੀ ਚੰਦ ਦੀ, ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਉਹਨਾਂ ਉੱਤੇ ਬ੍ਰਾਹਮਣਵਾਦ ਦਾ ਜਿਹੜਾ ਉਹ ਸੀ ਜ਼ੋਰ ਸੀ, ਤੇ ਉਹਨਾਂ ਨੇ ਉਦਾਸੀਆਂ ਨੂੰ ਅੱਗੇ ਜਾ ਕੇ ਜਿਹੜਾ ਕੀ ਹੈ ਇਸ ਰਾਹੇ ਤੁਰਿਆ। ਬ੍ਰਾਹਮਣਵਾਦ ਮਨੁਸਮ੍ਰਿਤੀ ਤੋਂ ਨਾਲ ਚੱਲਦੇ ਨੇ, ਤੇ ਉਦਾਸੀ ਪੰਥ ਅਲੱਗ ਪੰਥ ਹੈ ਜੀ। ਪਹਿਲੀ ਗੱਲ ਤੁਹਾਨੂੰ ਇਸ ਗੱਲ ਦੀ ਨਹੀਂ ਨੌਲੇਜ ਵੀ ਹੈਗੀ, ਪਰ ਉਹ ਕਹਿੰਦੇ ਪ੍ਰਭਾਵ ਸੀ, ਅੱਡ ਤਾਂ ਨੇ, ਪਰ ਵੀ ਬਹੁਤੀਆਂ ਰੀਤ ਰਿਵਾਜ ਰਸਮਾਂ ਇੱਕੋ ਵਰਗੀਆਂ ਨੇ। ਮੇਰੀ ਗੱਲ ਦਾ ਸੁਣੋ, ਪ੍ਰਭਾਵ ਕਿਸ ਚੀਜ਼ ਦਾ ਹੈ? ਦੇਖੋ, ਉਹ ਬੰਦਾ ਇਸ ਚੀਜ਼ ਤੇ ਕਿੰਤੂ ਤਾਂ ਕਰ ਸਕਦਾ ਜੇ ਉਹਨੇ ਇਸ ਨੂੰ ਪ੍ਰੈਕਟੀਕਲ ਕੀਤਾ ਹੋਵੇਗਾ। ਗੱਲ ਸਮਝੇ ਨਾ? ਤੁਸੀਂ ਪ੍ਰੈਕਟੀਕਲ ਕੋਈ ਕੰਮ ਕੀਤਾ, ਤੁਹਾਨੂੰ ਉਹਦਾ ਫਲ ਨਹੀਂ ਮਿਲਿਆ, ਤੁਸੀਂ ਉਹਨੂੰ ਫਿਰ ਰਿਐਕਟ ਕਰ ਸਕਦੇ, ਸਰ ਮੈਂ ਇਸ ਚੀਜ਼ ਨੂੰ ਯੂਜ਼ ਕਰ ਲਿਆ, ਮੈਨੂੰ ਕੋਈ ਦਾ ਫਾਇਦਾ ਨਜ਼ਰ ਨਹੀਂ ਆਇਆ। ਜੋ ਚੀਜ਼ ਆਪਾਂ ਯੂਜ਼ ਹੀ ਨਹੀਂ ਕੀਤੀ, ਉਹਨੂੰ ਆਪਾਂ ਪ੍ਰੋਡਕਟ ਨੂੰ ਆਪਾਂ ਸਹੀ ਤਰੀਕੇ ਨਾਲ ਓਪਨ ਹੀ ਨਹੀਂ ਕੀਤਾ, ਜੋ ਰਸਮਾਂ ਬਣਾਈਆਂ ਅਸੀਂ ਉਹਨੂੰ ਕਦੇ ਆਪਣੇ ਉੱਪਰ ਧਾਰਨ ਕਰਕੇ ਨਹੀਂ ਦੇਖਿਆ, ਤਾਂ ਆਪਾਂ ਉਹਨੂੰ ਗਲਤ ਕਿਵੇਂ ਕਹਿ ਸਕਦੇ ਹਾਂ? ਹੁਣ ਗੁਰੂ ਗ੍ਰੰਥ, ਹੁਣ 500 ਸਾਲ ਦਾ ਇਤਿਹਾਸ ਹੈ, ਇੰਨੇ ਸਿੰਘਾਂ ਦੀ ਕੁਰਬਾਨੀਆਂ ਨੇ, ਇੰਨਾ ਜ਼ਿਆਦਾ ਸੰਘਰਸ਼ ਕੀਤਾ ਗਿਆ ਸਿੱਖ ਕੌਮ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 42 ਸਾਲ ਸਿੱਖੇ, ਤੇ 42 ਸਾਲ ਸੰਘਰਸ਼ 'ਚ ਨਿਕਲੇ ਉਹਨਾਂ ਦੇ। ਸੁੱਖ ਦੇ ਚੈਨ ਦੇ ਨਾਲ ਉਹਨਾਂ ਨੇ ਕਦੇ ਵੀ ਮਤਲਬ ਕਿ ਆਰਾਮ ਨਹੀਂ ਕੀਤਾ। ਉਹ ਸਿਰਫ ਹਮੇਸ਼ਾ ਜਦੋਂ ਵੀ ਸੌਂਦੇ ਸੀਗੇ, ਸ਼੍ਰੀ ਸਾਹਿਬ ਦੇ ਮੁੱਠੇ ਨੂੰ ਹੱਥ ਪਾ ਕੇ ਸੌਂਦੇ ਸੀਗੇ। ਤਾਂ ਹੀ ਜ਼ਿਆਦਾ ਜ਼ਰੂਰੀ ਹੈ ਨਾ ਕਿ ਉਹਨਾਂ ਦੇ ਇੰਨੇ ਸੰਘਰਸ਼ ਤੋਂ ਬਾਅਦ ਜੇ ਉਹਨਾਂ ਦੀ ਸੋਚ ਤੋਂ ਕੁਝ ਉਲਟ ਹੋਣ ਲੱਗ ਜਾਏ ਸਾਡੇ ਧਰਮ ਦੇ ਵਿੱਚ, ਤਾਂ ਉਹਨੂੰ ਸਵਾਲ ਕੀਤਾ ਜਾਣਾ ਚਾਹੀਦਾ। ਉਲਟ ਕਿਆ ਚੀਜ਼ ਹੋ ਰਹੀ ਹੈ ਮੈਨੂੰ ਉਹ ਦੱਸੋ। ਉਲਟ ਕਿਆ? ਤੁਸੀਂ ਇਸ ਜੋਤ ਜਗਾਉਣ ਨੂੰ ਉਲਟਾ ਕਹਿ ਰਹੇ ਹੋ, ਹਨਾ? ਹੁਣ ਜੋਤ ਜਗਾਉਣਾ ਅਗਰ ਉਲਟਾ ਆ, ਤੇ ਇਹ ਤਾਂ 500 ਸਾਲ ਪਹਿਲਾਂ ਤੋਂ ਜਲਦੀਆਂ ਆ ਰਹੀਆਂ ਨੇ।
ਤੇ ਅੱਜ ਦੇ ਇਹ ਜਿਹੜੇ 40-50 ਸਾਲ ਤੇ ਕਿਤਾਬਾਂ ਝੂਠੀਆਂ ਜਿਹੀਆਂ ਕਿਤਾਬਾਂ ਪੜ੍ਹ ਕੇ ਤੇ ਇਹ ਵਿਰੋਧ ਕਰਨ ਲੱਗ ਜਾਂਦੇ ਨੇ। ਹੁਣ ਮੈਂ ਜੋਤ ਦਾ ਤੁਹਾਨੂੰ ਦੱਸਦਾ ਵਾਂ, ਜੋਤ ਦਾ ਨਿਯਮ ਦੱਸਦਾ। ਜਿਹੜਾ ਤੁਹਾਨੂੰ ਮੈਂ ਤਰੀਕਾ ਦੱਸਾਂਗਾ ਤੁਸੀਂ ਉਹਨੂੰ ਅਜਮਾਓ, ਜੇ ਤੁਹਾਨੂੰ ਨਹੀਂ ਲੱਗਦਾ ਠੀਕ ਹੈ ਫਿਰ ਤੁਸੀਂ ਮੈਨੂੰ ਕਹਿ ਸਕਦੇ ਸੀ ਅਸੀਂ ਅਜਮਾਇਆ, ਅਸੀਂ ਨਹੀਂ ਕੀਤਾ। ਬ੍ਰਹਮਚਾਰੇ 'ਚ ਰਹਿ ਕੇ ਤੁਸੀਂ ਕੱਲੀ ਜੋਤ, ਕੋਈ ਪੂਜਾ ਪਾਠ ਨਹੀਂ ਕਰਨਾ, ਕੋਈ ਕੁਛ ਨਹੀਂ ਕਰਨਾ, ਇੱਕ ਦੀਵਾ ਜਲਾਓ, ਰੀੜ ਦੀ ਹੱਡੀ ਸਿੱਧੀ ਰੱਖਣੀ ਹੈ, ਕੋਈ ਥੋਟ ਆਪਣੇ ਦਿਮਾਗ 'ਚ ਆਣ ਨਹੀਂ ਦੇਣਾ ਆ, ਕੋਈ ਚਿੰਤਾ ਨਹੀਂ ਆਣ ਦੇਣੀ ਹੈ, ਕੋਈ ਪਾਠ ਨਹੀਂ ਕਰਨਾ, ਸਿਰਫ ਜੋਤ ਵੱਲ ਤਰਾਟਕ ਕਰਨਾ ਆ, ਬਿਨਾਂ ਜਦੋਂ ਤੱਕ ਤੁਸੀਂ ਅੱਖਾਂ ਖੋਲ ਕੇ ਦੇਖ ਸਕਦੇ ਉਦੋਂ ਤੱਕ ਕਰਨਾ। 15 ਦਿਨਾਂ ਬਾਅਦ ਤੁਹਾਡੀ ਬੋਡੀ ਨੂੰ ਪਤਾ ਮਹਿਸੂਸ ਲੱਗ ਜਾਏਗਾ ਕਿ ਤੁਹਾਡੇ ਅੰਦਰ ਕੁਝ એનર્ਜੀ ਆਣੀ ਸਟਾਰਟ ਹੋ ਗਈ ਹੈ। ਬ੍ਰਹਮਚਾਰੇ ਨਾਲ ਰੱਖਣਾ ਆ। ਹਰ ਇੱਕ ਚੀਜ਼ ਦਾ ਇੱਕ ਮੈਥਡ ਹੈ। ਉਹ ਜੋਤ ਜੋ ਹੈ ਨਾ ਉਹ ਤਰਾਟਕ ਵਾਸਤੇ ਬਣਾਈ ਗਈ ਹੈ। ਹੁਣ ਤਰਾਟਕ ਬਾਰੇ ਉਹਨੂੰ ਪਤਾ ਨਹੀਂ ਹੋਣਾ ਕਿਆ ਹੋਣਾ, ਪਤਾ ਹੀ ਨਹੀਂ ਹੈ ਨਾ। ਜਿਹਨੇ ਸਾਇੰਟੀਫਿਕ ਜਦੋਂ ਕੋਈ ਸਾਈਕੈਟ੍ਰਿਸਟ ਡਾਕਟਰ ਬਣਦਾ ਹੈ ਨਾ ਉਹਨੂੰ ਇਸ ਗੱਲ ਦਾ ਪਤਾ ਤਰਾਟਕ ਕੀ ਹੁੰਦਾ ਆ। ਜਦੋਂ ਉਹਨੇ ਕਿਸੇ ਪੇਸ਼ੈਂਟ ਦਾ, ਕਿਸੇ ਮਰੀਜ਼ ਦਾ, ਕਿਸੇ ਦਿਮਾਗੀ ਬੰਦ ਬੁੱਧੀ ਦਾ ਇਲਾਜ ਕਰਨਾ ਹੈ ਨਾ ਤਾਂ ਉਹਨੂੰ ਪਹਿਲਾਂ ਘੰਟਾ ਤਰਾਟਕ ਕਰਨਾ ਪੈਂਦਾ ਆ। ਕਿਸੇ ਨੇ ਸਾਈਕੈਟ੍ਰਿਸਟ ਬਣਨਾ ਹੈ, ਕਿਸੇ ਨੇ ਸਾਈਕੈਟ੍ਰੀ ਦਾ ਕੋਰਸ ਕਰਨਾ ਆ। ਤੇ ਉਹ ਜਿਹੜੀ ਜੋਤ ਹੈ ਜਾਂ ਸ਼ਿਵਲਿੰਗ ਹੈ ਜਾਂ ਕੋਈ ਵੀ ਐਸਾ ਪੱਥਰ ਹੈ ਉਹ ਤਰਾਟਕ ਕਰਨ ਵਾਸਤੇ ਬਣਾਇਆ ਹੋਇਆ, ਆਪਣੇ ਕੰਸਲਟੇਸ਼ਨ ਵਾਸਤੇ ਬਣਾਇਆ ਗਿਆ ਆ। ਇਹਨੂੰ ਸਾਇੰਟੀਫਿਕ ਮੈਂ ਸਿੱਧ ਕਰ ਸਕਦਾ ਵਾਂ। ਹੁਣ ਆਪਾਂ ਉਹਦਾ ਵਿਰੋਧ ਕਰਤੇ, ਕਰਿਆ ਕੁਝ ਵੀ ਨਹੀਂ ਹੈ ਹੈਨਾ। ਉਹ ਕਹਿੰਦੇ ਖਾਇਆ ਪੀਆ ਕੁਝ ਨਹੀਂ, ਗਲਾਸ ਥੋੜਾ ਕਿਆ 12 ਨਾ, ਉਹ ਕੰਮ ਹੈ ਇਹਨਾਂ ਦਾ। ਸੋ ਇਸ ਕਰਕੇ ਵੀ ਜਿਹੜੇ ਇਹ ਲੋਕ ਨੇ ਨਾ ਹੁਣ ਕਿਉਂ ਨਹੀਂ ਆ ਰਿਹਾ। ਫਿਰ ਮੈਂ ਦੇਖੋ ਬੈਂਗਲੌਰ ਤੋਂ ਇੱਥੇ ਚੱਲ ਕੇ ਆਇਆ ਤੇ ਹੁਣ ਉਹ ਕਿਉਂ ਨਹੀਂ ਸਾਹਮਣੇ ਆ ਰਿਹਾ। ਤੁਸੀਂ ਉਹਨੂੰ ਕਿਹਾ ਵੀ ਭਾਈ ਤੁਹਾਨੂੰ ਇੰਟਰਵਿਊ ਕਰਨ ਆ ਰਿਹਾ ਸਿੰਘ, ਆ ਜਾ ਫਿਰ, ਉਹ ਕਿਉਂ ਨਹੀਂ ਆਇਆ ਹੁਣ ਸਾਹਮਣੇ। ਉਹਨੂੰ ਪਤਾ ਇਸ ਗੱਲ ਦਾ, ਜਵਾਬ ਨਹੀਂ ਦਿੱਤਾ ਉਹਨਾਂ ਨੇ, ਜਵਾਬ ਹੀ ਨਹੀਂ ਹੈ ਉਹਨਾਂ ਕੋਲ। ਉਹਨਾਂ ਨੂੰ ਪਤਾ ਜੇ ਤੁਸੀਂ ਮੈਨੂੰ ਉਹਦੇ ਘਰ ਲੈ ਕੇ ਜਾਓਗੇ ਮੈਂ ਉਹਦੇ ਘਰੇ ਜਾਵਾਂਗਾ। ਉਹਨੂੰ ਮੈਂ ਇੱਕ ਗੱਲ ਕਹਿਣੀ ਹੈ, ਦੇਖੋ ਸਭ ਤੋਂ ਪਹਿਲਾਂ ਨਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਧ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਆ ਇਸ ਗੱਲ ਦੇ ਨਾਲ ਪੰਜਾਬ ਦੇ ਅੰਦਰ ਕੋਈ ਨੁਕਸਾਨ ਹੈ? ਦੱਸੋ, ਕਿਆ ਇਸ ਗੱਲ ਦਾ ਕਿਸੇ ਧੀ ਭੈਣ ਨੂੰ ਨੁਕਸਾਨ ਹੈ? ਆਪ ਜੀ ਉਹ ਕਹਿੰਦੇ ਵੀ ਇਹ ਥਾਂ ਬਣਾ ਦਿੰਦੀ ਹੈ, ਵੀ ਥਾਂ ਬਣਾ ਦਿੰਦੀ ਹੈ ਪਖੰਡਵਾਦ ਵਾਸਤੇ। ਉਹ ਕੌਣ ਹੈ ਕਹਿਣ ਵਾਲਾ ਧਰਮ ਦੇ ਵਿੱਚ? ਉਹਨੇ ਪਖੰਡਵਾਦ ਕਿਹੜਾ ਠੀਕ ਕਰਿਆ ਅੱਜ ਤੱਕ? ਉਹ ਹੈ ਕੌਣ ਹੈ? ਕਿਆ ਹਸਤੀ ਹੈ ਉਹਦੀ? ਕਹਿੰਦੇ ਮੈਂ ਰਿਸਰਚਰ ਆ, ਮੈਂ ਪ੍ਰੋਫੈਸਰ। ਕਿਸ ਗੱਲ ਦਾ ਰਿਸਰਚਰ ਹੈ? ਉਹਨੇ ਰਿਸਰਚ ਕਿਆ ਕਰੀ ਹੈ? ਕੋਈ ਕਿਤਾਬ ਦੇਖੀ ਤੁਸੀਂ ਉਹਦੇ ਕੋਲ? ਉਹਨੇ ਕਿਸ ਗੱਲ ਦੀ ਰਿਸਰਚ ਕਰੀ ਲਿਖੀ ਹੈ? ਉਹਨਾਂ ਨੇ ਇੱਕ ਜਿਹੜੀ ਮੈਂ ਉਹ ਇੰਟਰਵਿਊ ਦਿਖਾਈ ਸੀ ਕਿ ਸਿੱਖੀ ਤੇ ਮਾਨਵਵਾਦ, ਗੁਰੂ ਨਾਨਕ ਤੇ ਮਾਨਵਵਾਦ। ਇਸ ਟਾਈਮ ਸਭ ਤੋਂ ਵੱਡਾ ਗ੍ਰੰਥ ਨਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੇਠੂਵਾਲ ਨੇ ਲਿਖਿਆ ਹੋਇਆ ਆ। ਉਹ ਕਹਿੰਦਾ ਸੀਗਾ ਮੈਂ ਗੁਰੂ ਗ੍ਰੰਥ ਸਾਹਿਬ ਰਾਤ ਤੋਂ ਡਬਲ ਗ੍ਰੰਥ ਲਿਖੂੰਗਾ। ਤੇ ਹੁਣ ਕਿਆ ਹੋ ਗਿਆ? ਫਿਰ ਉਹਦਾ ਵਿਚਾਰਾ ਮਰ ਗਿਆ, ਮਰਾ ਕੋ ਪੁੱਛਦਾ ਨਹੀਂ ਇਹਨੂੰ। ਸੋ ਇਹ ਜੇ ਲਿਖਣ ਦੇ ਨਾਲ ਕੀ ਹੁੰਦਾ ਹੈ? ਲਿਖਣ ਦੇ ਨਾਲ ਕੀ ਹੁੰਦਾ ਹੈ? ਉਹ ਮੈਂ ਜੋ ਨੇ ਗ੍ਰੰਥ ਲਿਖਿਆ ਲੈ ਕੋਈ ਬੰਦਾ ਉਹਨੂੰ ਪੜ੍ਹ ਕੇ ਮੁਕਤ ਹੋ ਜਾਏਗਾ? ਹੁਣ ਤੁਹਾਨੂੰ ਵਿਸ਼ਵਾਸ ਹੈ ਉਹਦੀ ਗੱਲ ਤੇ? ਤੁਸੀਂ ਆਪ ਦੱਸੋ। ਤੁਸੀਂ ਉਹਨੇ ਤਰਕ ਕਰਤਾ, ਲਓ ਉਹਦੀ ਜੋ ਤਰਕ ਕੀਤੀ ਹੋਈਆਂ ਗੱਲਾਂ ਆ ਮੈਂ 24 ਘੰਟੇ ਨਿਤਨੇਮ ਉਹਦੀ ਕਿਤਾਬਾਂ ਦਾ ਮੈਂ ਕਰੂੰਗਾ। ਕਿਆ ਮੁਕਤੀ ਮਿਲ ਜਾਊਗੀ ਮੈਨੂੰ? ਕਿਆ ਮਨ ਦੀ ਸ਼ਾਂਤੀ ਮਿਲ ਜਾਏਗੀ ਮੈਨੂੰ? ਮਨ ਦੀ ਸ਼ਾਂਤੀ ਮਿਲੇਗੀ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਜਾ ਕੇ। ਉੱਥੇ ਹਰ ਧਰਮ ਦੇ ਬੰਦੇ ਨੂੰ ਸ਼ਾਂਤੀ ਮਿਲੇਗੀ। ਉੱਥੇ ਮੁਸਲਮਾਨ ਵੀ ਬੈਠਿਆ ਆ, ਉੱਥੇ ਹਿੰਦੂ ਵੀ ਬੈਠਿਆ ਆ, ਉੱਥੇ ਸਿੱਖ ਵੀ ਬੈਠਿਆ ਆ, ਉੱਥੇ ਈਸਾਈ ਵੀ ਬੈਠਿਆ ਆ। ਈਸਾਈ ਕਿਸ ਤਰ੍ਹਾਂ ਬੈਠਿਆ ਆ? ਕਿਉਂਕਿ ਇਹਦੇ ਵਿੱਚ ਇੰਗਲਿਸ਼ ਵਰਤੋਂ ਕੀਤੀ ਹੋਈ ਹੈ ਮਹਾਰਾਜ ਨੇ। ਕਿਆ ਮਹਾਰਾਜ ਫਰਾਂਸ ਨਹੀਂ ਗਏ? ਕਿਆ ਮਹਾਰਾਜ ਏਸ਼ੀਆ ਨਹੀਂ ਗਏ? ਹਰ ਕੰਟਰੀ 'ਚ ਮਹਾਰਾਜ ਘੁੰਮੇ ਆ। ਸੋ ਇਸ ਕਰਕੇ ਵੀ ਇਹ ਵਿਚਾਰਾ ਇਹਨੂੰ ਦੇਖੋ ਪਤਾ ਕਿ ਇਹੋ ਜਿਹੇ ਲੋਕ ਥੋੜੇ ਜਿਹੇ ਹੁੰਦੇ ਜਿਵੇਂ ਕਿ ਘਰ ਦੇ ਨੇ ਕੋਈ ਪੁੱਛਦੇ ਇਹਨਾਂ ਨੂੰ। ਇਹਨਾਂ ਦੇ ਬੱਚੇ ਜਿਹੜੇ ਹੈ ਕਲੱਬਾਂ 'ਚ ਜਾ ਕੇ ਤਾਸ਼ ਖੇਲਦੇ ਨੇ, ਹੁੱਕਾ ਪੀਂਦੇ ਨੇ ਜਾ ਕੇ। ਕੁੜੀਆਂ ਜਿਹੜੀਆਂ ਸ਼ਰਾਬ ਪੀ ਕੇ ਉੱਥੇ ਗੱਡੀਆਂ ਮਾਰਦੀਆਂ ਕਿਸੇ ਕਿਤੇ ਜਾ ਕੇ। ਇਹਨਾਂ ਨੂੰ ਹੋਰ ਗੱਲ ਦਾ ਕੋਈ ਕੰਮ ਹੁੰਦਾ ਨਹੀਂ। ਕਹਿੰਦੇ ਚਲੋ ਇੱਕ ਵਿਵਾਦ ਦਾ ਚੱਲੇ ਰਿਹਾ, ਇੱਕ ਵਿਵਾਦ ਹੋਰ ਕਰ ਦੋ ਕਿ ਮਾੜਾ ਜਿਹਾ ਲੋਕ ਗਾਲਾਂ ਕੱਢੋਗੇ ਫੇਮਸ ਤਾਂ ਹੋਊਗਾ ਹੀ। ਉਹ ਕਹਿੰਦੇ ਜੇ ਹੁਣ ਆਪਾਂ ਇੰਨੀ ਹੀ ਚਰਚਾ ਕਰ ਹੀ ਲਈ ਹੈ ਕਿਉਂਕਿ ਆਪਾਂ ਇਸ ਬਾਬੋ ਉਸ ਇੰਟਰਵਿਊ ਦੇ ਰਾਹੀਂ ਬਣਿਆ ਤਾਂ ਉਹਦੀ ਇੰਨੀ ਗੱਲ ਹੋ ਰਹੀ ਹੈ, ਤਾਂ ਆਪਾਂ ਹੋਰ ਮੁੱਦੇ ਤੇ ਗੱਲ ਕਰਦੇ ਤਾਂ ਉਹਦੇ ਵਿੱਚ ਇੱਕ ਸਵਾਲ ਉਹਨਾਂ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਮੇਰੀ ਰਿਸਰਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਵੇਂ ਗੁਰਦੁਆਰਾ ਸਾਹਿਬ ਅੱਜ ਦੇ ਨਿਸਥਾਪਿਤ ਨੇ, ਜਿਵੇਂ ਉੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ, ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਸ ਤਰੀਕੇ ਪਰੰਪਰਾ ਚੱਲੀ। ਇਸ ਤੋਂ ਪਹਿਲਾਂ ਗੁਰਸਥਾਨ ਹੁੰਦੇ ਸੀ, ਉੱਥੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਤਾਂ ਹੁੰਦਾ ਸੀ, ਪਰ ਐਵੇਂ ਨਹੀਂ ਹੁੰਦਾ ਸੀ ਵੀ ਮੱਥਾ ਟੇਕਿਆ ਜਾਵੇ, ਪੈਸੇ ਰੱਖੇ ਜਾਣ। ਉਹਨੂੰ ਐ ਪੁੱਛੋ ਕਿ ਪੰਜਵੇਂ ਪਾਤਸ਼ਾਹ ਸੌਂਦੇ ਕਿੱਥੇ ਸੀਗੇ? ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ। ਜਦੋਂ ਪੰਜਵੇਂ ਪਾਤਸ਼ਾਹ ਸੌਂਦੇ ਸੀ ਨਾ ਉਹ ਨੀਚੇ ਸੌਂਦੇ ਸੀ ਪਲੰਗੇ ਦੇ ਉੱਪਰ, ਪੋਥੀ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਹੋਇਆ। ਅਕਬਰ ਦੀ ਕਚਹਿਰੀ ਵਿੱਚ ਪਹਿਲੀ ਵਾਰ ਸਿੱਖਾਂ ਦੇ ਉੱਤੇ ਕੇਸ ਕੀਤਾ ਗਿਆ, ਪਹਿਲੀ ਵਾਰ। ਤੁਹਾਨੂੰ ਥੋੜੀ ਜਾਣਕਾਰੀ ਦੱਸ ਦਵਾਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਮਦਾਸ ਜੀ ਨੂੰ ਕਿਹਾ, ਕਹਿੰਦੇ ਤੁਸੀਂ ਜਾਓ ਕੇਸ ਲੜ ਕੇ ਆਓ। ਕਹਿੰਦੇ ਜੀ ਮੈਂ ਤਾਂ ਕਦੇ ਕੋਈ ਗ੍ਰੰਥ ਪੜ੍ਹਿਆ ਹੀ ਨਹੀਂ ਹੈ। ਕਹਿੰਦੇ ਮੂਲ ਮੰਤਰ ਦੇ 5 ਪਾਠ ਕਰਕੇ ਤੁਸੀਂ ਇੱਥੇ ਖੜ ਜਾਓ, ਤੁਹਾਨੂੰ ਸਾਰੇ ਗੱਲਾਂ ਜਵਾਬ ਤੁਸੀਂ ਤੁਹਾਨੂੰ ਆਪ। ਉੱਥੇ ਬ੍ਰਾਹਮਣਾਂ ਨੇ ਕੇਸ ਕਰਿਆ ਸੀਗਾ। ਇਹ ਕਹਿੰਦਾ ਨਾ ਬ੍ਰਾਹਮਣਵਾਦ ਪੰਡਤਾਂ ਨੇ ਕੇਸ ਕਰਤਾ। ਕਹਿੰਦੇ ਜਦੋਂ 68 ਤੀਰਥ ਬਣੇ ਹੋਏ ਆ ਇਹਨਾਂ ਨੂੰ ਕਿਆ ਲੋੜ ਆਪਣੀ ਬੋਲੀ ਸਾਹਿਬ ਬਣਾਉਣ ਦੀ? ਕੇਸ ਦਰਜ ਕਰਾਤੇ ਉਹਨਾਂ ਨੇ। ਬਿਲਕੁਲ ਉਹਨਾਂ ਦਾ ਸਹੀ ਜਵਾਬ ਸੀਗਾ। ਦੂਸਰਾ ਸਵਾਲ ਉਹਨਾਂ ਨੇ ਕਰਤਾ, ਜਦੋਂ ਸਾਡੇ ਇੰਨੇ ਗ੍ਰੰਥ ਬਣੇ ਹੋਏ ਆ, 4 ਵੇਦ ਹੈ, ਰਿਗਵੇਦ ਹੈ, ਸਾਮਵੇਦ ਹੈ, ਜਾਂ ਅਥਰਵਾ ਵੇਦ ਹੈ ਨਾ, ਯਜੁਰਵੇਦ ਹੈ, ਤੋ ਕਹਿੰਦੇ ਵੀ ਇਹਨਾਂ ਨੂੰ ਕਿਆ ਲੋੜ ਪਈ ਆਪਣਾ ਗ੍ਰੰਥ ਪੋਥੀ ਸਾਹਿਬ ਬਣਾਉਣ ਦੀ?
ਫਿਰ ਉੱਥੇ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਫਿਰ ਜਵਾਬ ਦਿੱਤਾ, ਕਹਿੰਦੇ ਇਹਨਾਂ ਨੇ ਆਪਣੇ 68 ਤੀਰਥਾਂ ਦੇ ਉੱਤੇ ਨਾ ਸਿਰਫ ਇਹ ਸ਼ੂਦਰਾਂ ਨੂੰ ਨਹਾਣ ਨਹੀਂ ਦਿੰਦੇ, ਇਸ ਕਰਕੇ ਅਸੀਂ ਬੋਲੀ ਬਣਾਈ ਹੈ ਤੇ ਸਾਰੇ ਧਰਮ ਦੇ ਲੋਕ ਨਹਾ ਸਕਦੇ ਆ। ਪਰ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਗੁਰਸਥਾਨ ਬਣੇ ਹੋਏ ਨੇ, ਵੱਖ-ਵੱਖ ਜਾਤਾਂ ਦੇ, ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਵੀ ਵੱਖ। ਉਹਦਾ ਕਾਰਨ ਵੀ ਇਹੋ ਜਿਹੇ ਲੋਕ ਆ, ਇਕਬਾਲ ਸਿੰਘ ਵਰਗੇ। ਪਰ ਉਹ ਕਹਿੰਦਾ ਇਹ ਸਿੱਖੀ ਦੇ ਵਿੱਚ ਬ੍ਰਾਹਮਣਵਾਦ ਆ। ਉਹ ਫਿਰ ਉਹਦੀ ਜਿਹੜੀ ਦੂਸਰੀ ਪਾਰਟੀ ਆ, ਜਿਹੜੇ ਉਹਦੇ ਵਰਗੀ ਹੋਰ ਨੇ ਆ, ਇੰਦਰਜੀਤ ਘੱਗਾ ਹੋ ਗਿਆ, ਸਰਬਜੀਤ ਧੁੰਦਾ ਹੋ ਗਿਆ, ਇਹ ਆਪਣਾ ਪੰਤਪ੍ਰੀਤ ਵਰਗੇ ਹੋ ਗਏ, ਜਾਂ ਹੋਰ ਬਲਜੀਤ ਸਿੰਘ ਦਿੱਲੀ ਵਾਲਾ ਹੋ ਗਿਆ ਜਿਹੜਾ ਸੋਭਾ ਸਿੰਘ ਦੀ ਫੋਟੋ ਬਾਰੇ ਭੁੱਲੀ ਜਾਂਦਾ ਆ। ਇਹੋ ਜਿਹੇ ਬਥੇਰੇ ਕੀੜੇ ਮਕੌੜੇ ਧਰਤੀ ਤੇ ਬੈਠੇ ਨੇ, ਜਿਨ੍ਹਾਂ ਦਾ ਕੰਮ ਹੀ ਸਿਰਫ ਉਹਨਾਂ ਕੋਲ ਨੌਲੇਜ ਨਹੀਂ ਹੈ ਕੋਈ। ਅਗਰ ਜੇ ਉਹਨਾਂ 'ਚ ਦਮ ਹੈ, ਬਾਕੀ ਉਹ ਅਸਲੀ ਮਾਂ ਦੇ ਪੁੱਤ ਹੈ। ਜੇ ਤਾਂ ਉਈਓ ਉਹ ਆਸ਼ਾ ਕਿਰਨ 'ਚ ਪੈਦਾ ਹੋ ਜੇ, ਆਸ਼ਾ ਕਿਰਨ 'ਚ ਹੁੰਦੇ ਨਾ ਟੀਕੇ ਨਾਲ ਬੱਚੇ ਪੈਦਾ, ਜੇ ਤਾਂ ਉੱਦਾਂ ਹੋਏ ਫਿਰ ਕੋਈ ਉਹਨਾਂ ਨੂੰ ਮਾਫੀ ਹੈ। ਜੇ ਮਾਂ ਦੇ ਜਰੀਏ ਪੈਦਾ ਹੋਏ ਉਹਨਾਂ ਦਾ ਬਾਪ ਇੱਕ ਹੈ ਤਾਂ ਮੇਰੇ ਕੋਲ ਡਿਬੇਟ ਕਰ ਲੈਣਾ। ਪਰ ਮੈਂ ਸਵਾਲ ਜਿਹੜਾ ਕਰ ਰਿਹਾ ਵੀ ਇੱਕ ਪਿੰਡਾਂ 'ਚ ਗੁਰਦੁਆਰੇ ਤਾਂ ਤਿੰਨ ਇਹਨਾਂ ਦੀ ਵਿਚਾਰਧਾਰਾ ਤੇ ਨਹੀਂ, ਮੈਂ ਤੁਹਾਨੂੰ ਕਿਹਨਾਂ ਦੀ ਤੇ ਬਿਲਕੁਲ ਉਹ ਜਿਹੜੀ ਵਿਚਾਰਧਾਰਾ ਆ ਸਰਬਜੀਤ ਧੁੰਦੇ ਵਰਗੇ ਹੋ ਗਏ ਜਾਂ ਹੋਰ ਐਸੀਆਂ ਜਿਹੜੀਆਂ ਸ਼ਖਸੀਅਤਾਂ ਬੈਠੀਆਂ ਜਿਨ੍ਹਾਂ ਨੂੰ ਲੋਕਾਂ ਨੇ ਬੜਾ ਚੱਕਿਆ ਹੋਇਆ, ਇਹਨਾਂ ਨੇ ਕਰਿਆ ਕਿ ਇਹਨਾਂ ਨੇ ਵਿਵਾਦ ਹੀ ਖੜਾ ਕਰਿਆ। ਜਾਤੀ ਪ੍ਰਥਾ ਕਿਹਨੇ ਸਟਾਰਟ ਕਰੀ ਆ? ਇਹ ਜਿਹੜੀ ਸਰਕਾਰਾਂ ਆਈਆਂ ਨੇ, ਸਰਕਾਰਾਂ ਦੇ ਕੋਲ ਕਿਆ ਮੁੱਦਾ ਆ? ਕਿਆ ਮੁੱਦਾ ਜੀ? ਰਾਮ ਮੰਦਿਰ, ਅੱਲਾਹੂ ਅਕਬਰ, ਮੁਸਲਮਾਨ, ਰਾਮ ਮੰਦਿਰ, ਮੁਸਲਮਾਨ ਔਰ ਜੱਟ ਬਿਹਾਰੀ, ਠੀਕ ਹੈ ਨਾ, ਜੱਟ ਬਿਹਾਰੀ ਕਿਸਾਨ। ਇਹਨਾਂ ਤੋਂ 6ਵਾਂ ਮੁੱਦਾ ਚੱਕਣ ਨਹੀਂ ਦਿੰਦੇ ਕੋਈ। ਉਹ ਤੁਸੀਂ ਦੇਖੋ ਪਿੱਛੇ ਜੇ SC ਐਂਡ ST ਦਾ ਐਕਟ ਪਾਸ ਕਰਿਆ ਸੀਗਾ ਮੋਦੀ ਨੇ, ਠੀਕ ਹੈ ਨਾ। ਮੇਰੇ ਕੋਲ ਜਿਹੜੇ ਛੋਟੇ ਛੋਟੇ ਬੱਚੇ ਸਿੱਖਦੇ ਸੀ, ਕਹਿੰਦੇ ਸਰ ਇਹ ਮਜ਼ਹਬੀ ਸਿੱਖ ਕੌਣ ਹੋਤੇ ਹੈ? ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ST ਐਂਡ ST ਐਕਟ ਲਾਗੂ ਕਰਕੇ ਉਹਦੇ ਵਿੱਚੋਂ ਕੁਝ ਚੀਜ਼ਾਂ ਕੱਢ ਕੇ ਇਹਨਾਂ ਨੇ ਉਹ ਫਿਰ ਦੁਬਾਰਾ ਜਾਗਰਤ ਕਰਤੇ ਆ। ਜਿਹੜੇ ਪਿੰਡਾਂ ਦੇ ਅੰਦਰ ਇਹ ਚੱਲਦਾ ਆ ਕਿ ਇੱਥੇ ਜੱਟਾਂ ਦਾ ਉਹ ਹੈ ਸ਼ਮਸ਼ਾਨ ਘਾਟ, ਇਹ ਮਜ਼ਹਬੀ ਸਿੰਘਾਂ ਦਾ ਸ਼ਮਸ਼ਾਨ ਘਾਟ ਹੈ, ਇਹ ਤਾਂ ਬੜੀ ਜਲਦੀ ਖਤਮ ਹੋਣ ਵਾਲਾ ਹੈ, ਬਹੁਤ ਜਲਦੀ ਖਤਮ ਹੋਣ ਵਾਲਾ ਹੈ। ਕਿਉਂਕਿ ਹੁਣ ਸਿਸਟਮ ਇੱਕ ਐਸਾ ਦੌਰ ਆ ਰਿਹਾ ਆ, ਇਹਨੇ ਇੱਕਦਮ ਹੀ ਇਹ ਚੀਜ਼ਾਂ ਨੇ ਬਿਲਕੁਲ ਖਤਮ ਹੋ ਜਾਣਾ, ਸਟਾਪ ਹੋ ਜਾਣਾ। ਇਹਨਾਂ ਚੀਜ਼ਾਂ ਕਰਕੇ ਇਹ ਕਿਹਾ ਜਾਂਦਾ ਕਿ ਧਰਮ ਪਰਿਵਰਤਨ ਵੀ ਹੋ ਰਿਹਾ, ਸਿੱਖੀ ਛੱਡ ਕੇ ਲੋਕ ਹੋਰਾਂ ਧਰਮਾਂ 'ਚ ਜਾ ਰਹੇ ਨੇ। ਦੇਖੋ ਸਿੱਖੀ ਵਾਸਤੇ ਸਿਰਫ 1.5 ਲੱਖ ਸਿੱਖ ਬਹੁਤ ਹੈ, 1.25 ਲੱਖ ਸਿੱਖ ਬਹੁਤ ਹੈ, ਸਿੱਖ ਤਾਂ ਇੱਕੇ ਬਹੁਤ ਹੈ। ਪਰ ਸਿੱਖੀ ਤਾਂ ਇਨਕਲੂਸਿਵ ਆ ਨਾ, ਯਾਨੀ ਕਿ ਲੋਕਾਂ ਨੂੰ ਜੋੜਨ ਦੀ ਗੱਲ ਕਰਦੀ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਲੱਖ ਬਹੁਤ ਹੈ, 1.5 ਬਹੁਤ ਹੈ। ਜਿਹੜੇ ਜਾ ਰਹੇ ਨੇ ਉਹਨਾਂ ਦੇ ਪਿੱਛੇ ਕਾਰਨ ਨੇ, ਕਾਰਨਾਂ ਦੀ ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੇਖੋ ਇਹਦੇ ਕਾਰਨ ਮੈਂ ਤੁਹਾਨੂੰ ਦੱਸ ਰਿਹਾ, ਇਹ ਜਿਹੜੇ ਜਾ ਰਹੇ ਨੇ ਨਾ, ਹੁਣ ਦੇਖੋ ਇੱਕ ਸ਼ੇਰ ਦਾ ਬੱਚਾ ਆ, ਉਹ ਗਲਤੀ ਨਾਲ ਸਰਕਸ 'ਚ ਚਲੇ ਗਿਆ ਜਾਂ ਗਲਤੀ ਨਾਲ ਕਿਸੇ ਭੇਡਾਂ ਨਾਲ ਰਲ ਗਿਆ, ਤੇ ਇਹਦਾ ਮਤਲਬ ਭੇਡ ਜਾਂ ਸਰਕਸ ਦਾ ਸ਼ੇਰ ਨਹੀਂ ਬਣ ਜਾਏਗਾ। ਉਹਨੂੰ ਯਾਦ ਦਿਲਾਉਣਾ ਪਏਗਾ ਕਿ ਤੂੰ ਸ਼ੇਰ ਹੈ, ਠੀਕ ਹੈ ਨਾ। ਇਸ ਕਰਕੇ ਜਿਹੜੇ ਅੱਜ ਟੁੱਟ ਕੇ ਜਾ ਰਹੇ ਨੇ, ਇਹ ਸਾਰੇ ਦੁਆਰਾ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਅੱਜ ਜੋ ਨਸ਼ੇ ਵਿੱਚ ਡੁੱਬੇ ਹੋਏ ਨੇ, ਸ਼ਰਾਬਾਂ ਵਿੱਚ ਡੁੱਬੇ ਹੋਏ ਨੇ, ਜੋ ਮਲਿੱਛ ਬਣ ਚੁੱਕੇ ਨੇ, ਇਹਨਾਂ ਨੇ ਇਹਦਾ ਰਾਜ ਕਾਇਮ ਕਰਨਾ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੁਆਰਾ ਇਹਨਾਂ ਨੇ ਕਾਇਮ ਕਰਨਾ ਆ। ਜਦੋਂ ਖੰਡਾ ਖੜਕੇਗਾ ਨਾ, ਇਕਬਾਲ ਬੋਲ ਜੇ ਤੁਹਾਨੂੰ ਭੋਰੇ ਪੱਟ ਦੇ ਅੰਦਰ ਜ਼ਮੀਨਾਂ 'ਚ ਵੜਦੇ ਦਿਖਾ ਦਾਂਗਾ ਤੁਹਾਨੂੰ ਮੈਂ। ਹੋਰ ਤੋਂ ਫਲੈਟਾਂ ਲੈ ਕੇ ਕੈਨੇਡਾ ਨੂੰ ਦੌੜਨਗੇ ਲੋਕ, ਕਿਉਂਕਿ ਜਦੋਂ ਸ਼ਿਕੰਜਾ ਖਾਲਸੇ ਨੇ ਕੱਸਣਾ ਆ। ਹੁਣ ਸ਼ਿਕੰਜਾ ਥੋੜਾ ਟਾਈਮ ਦੇ ਅੰਦਰ ਹੀ ਅਗਸਤ ਸਤੰਬਰ ਦੇ ਅੰਦਰ ਹੀ ਸਾਰਾ ਸਿਸਟਮ ਕੰਟਰੋਲ 'ਚ ਆਉਣ ਵਾਲਾ ਆ। ਖੁਦ ਅਕਾਲ ਪੁਰਖ ਦੇ ਕੰਟਰੋਲ 'ਚ ਚੱਲਣਾ, ਅਕਾਲ ਪੁਰਖ ਦੀ ਫੌਜਾਂ ਦੇ ਕੰਟਰੋਲ 'ਚ ਚੱਲਣਾ ਆ। ਗੱਲ ਇਹ ਹੈ ਕਿ ਉਹਨੇ ਇਹ ਗੱਲ ਕਹੀ ਹੈ ਕਿ ਆਗਿਆ ਪਈ ਅਕਾਲ ਕੀ ਤਬੀਅਤ ਚਲਾਇਓ ਪੰਥ, ਉਹਦੇ ਵਿੱਚ ਨਹੀਂ ਹੈਗਾ। ਹੁਣ ਨੰਦ ਲਾਲ ਜੀ ਦੀਆਂ ਜਿਹੜੀਆਂ ਗਜ਼ਲਾਂ ਆ, ਕਿ ਆਪਾਂ ਉਹਨੂੰ ਵੀ ਨਹੀਂ ਮੰਨਾਂਗੇ ਫਿਰ? ਜੋ 52 ਕਵੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਕਵਿਤਾਵਾਂ ਲਿਖਿਆ, ਕਿ ਆਪਾਂ ਉਹਨੂੰ ਵੀ ਨਹੀਂ ਮੰਨਾਂਗੇ ਫਿਰ? ਹੁਣ ਜਿਹੜੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦੇ ਅੰਦਰ ਹੋਈਆਂ, ਆਪਾਂ ਤਾਂ ਉਹ ਮੰਨਣੀਆਂ। 52 ਹੁਕਮ ਦੇ ਉੱਪਰ ਕਿਆ, ਚਲੋ ਉਹ ਕਹਿੰਦਾ ਕਿ ਆਗਿਆ ਪਈ ਅਕਾਲ ਕੀ, ਇਹ ਨਹੀਂ ਹੈ ਲਿਖਿਆ, ਬਾਣੀ ਨਹੀਂ ਹੈ। ਫਿਰ 52 ਹੁਕਮ ਤਾਂ ਹੈਗਾ ਨਾ ਲਿਖਿਆ ਹੋਇਆ, ਉਹ ਤਾਂ ਗੁਰੂ ਗੋਬਿੰਦ ਸਿੰਘ ਦੇ ਆਪ ਨਦੇੜ 'ਚ ਲਿਖੇ ਸੀਗੇ, ਉਹਨਾਂ 'ਚ ਸਾਫ਼ ਲਿਖਿਆ ਹੋਇਆ। ਇੱਕ ਹੁਕਮ ਉਹਦੇ 'ਚ ਜਾਰੀ ਕੀਤਾ ਹੋਇਆ, ਤੇ 34-35ਵਾਂ ਹੁਕਮ ਹੈ ਕਿ ਤੁਸੀਂ ਆਪਣਾ ਨਿਸ਼ਚੈ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਣਾ। ਪਰ ਉਹ ਗੁਰੂ ਮੰਨਣਾ ਦਾ मतलब पूजा करना सी या एसी चलाना सी? ठाकुर का सेवक सदा पुजारी, ठाकुर का सेवक सदा आज्ञाकारी। देखो पूजा करना किहनूं कहंदे तुसीं? पूजा करना हुंदा है सिर हिलाना, पखंड करना, मेरे च बाबा दीप सिंह आगे पता नहीं होर किहड़ा कुछ आ गया, एसी चलाने या हीटर चलाने। नहीं, हीट किस चीज़ दा? हीटर गुरु ग्रंथ साहिब महाराज लई, गुरु ग्रंथ साहिब महाराज लई हीटर एसी बड़ी थोड़ी चीज़ है। जे इंसान दा चले तो वो तो पूरी जिंदगी अपनी निछावर कर देवे उन्हां दे उत्ते, गुरु ग्रंथ साहिब महाराज जी दे उत्ते। ते गुरु ग्रंथ साहिब महाराज ਦੇ ਤੁਸੀਂ ਚਾਹੁੰਦੇ ਹੋ ਨਾ ਕਿ ਹਾਂ ਵਾਕਈ ਦੇਖੋ ਅੱਜ ਦੇ ਟਾਈਮ 'ਚ ਸਾਨੂੰ ਨਹੀਂ ਪਤਾ ਕਿ ਉਹ ਕਿਆ ਪਾਵਰ ਹੈ, ਕਿਸੇ ਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਦੀ ਪਾਵਰ ਦਾ, ਠੀਕ ਹੈ। ਜੇ ਪਾਵਰ ਦੇਖਣੀ ਹੈ ਮੈਂ ਤਰੀਕਾ ਦੱਸ ਦਿੰਦਾ, ਫਿਰ ਤਰੀਕੇ ਪਰ ਉਹ ਚੱਲੂਗਾ ਇਕਬਾਲ ਸਿੰਘ। ਤੁਸੀਂ ਦੱਸ ਦਿਓ, ਸੁਣ ਮੈਂ ਤਰੀਕਾ ਦੱਸਦਾ। ਜੇ ਮੇਰੀ ਖੋਜ ਗਲਤ ਹੋਈ ਤਾਂ ਜੋ ਕਹੂੰਗਾ ਮੈਂ ਉੱਥੇ ਉਹੀ ਸਜ਼ਾ ਮੈਂ ਮਨਜ਼ੂਰ ਕਰਾਂਗਾ, ਠੀਕ ਹੈ। ਮੇਰਾ ਤਰੀਕਾ ਆ
ਜੋ ਮਰਿਆਦਾ ਦੱਸਾਂਗਾ ਉਹਦੇ ਪਰ ਚੱਲ ਪਿਓ 3 ਮਹੀਨੇ ਚੱਲ ਲਵੇ 90 ਦਿਨ 25 ਵਾਰ ਜਪਜੀ ਸਾਹਿਬ ਦੇ ਕਰ ਲਵੇ 7 ਬਾਣੀ ਦਾ ਨਿਤਨੇਮ ਕਰਿਓ 25 ਵਾਰ ਜਪਜੀ ਸਾਹਿਬ ਦੇ ਕਰੇ ਜੇ ਕੋਈ ਨਸ਼ਾ ਨੁਸ਼ਾ ਫੀਮ ਫੂਮ ਡੋਡੇ ਡੋਡੇ ਖਾਣ ਦਾ ਕੋ ਬੰਦ ਕਰੇ ਉਹ ਡਰ ਦੂਰ ਬੰਦ ਕਰੇ ਅੰਮ੍ਰਿਤ ਛਕੇ ਹਜੂਰ ਸਾਹਿਬ ਤੋਂ ਅੰਮ੍ਰਿਤ ਛਕੇ ਠੀਕ ਹੈ ਨਾ 3 ਮਹੀਨੇ ਲਗਾਤਾਰ ਸਹੀ ਤਰੀਕੇ ਨਾਲ ਮਰਿਆਦਾ ਦੇ ਨਾਲ ਅੰਮ੍ਰਿਤ ਵੇਲੇ ਮੇਰੇ ਸੰਪਰਕ 'ਚ ਰਹੇ 90 ਦਿਨਾਂ ਬਾਅਦ ਅਰਦਾਸ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਕਿ ਸੱਚੇ ਪਾਤਸ਼ਾਹ ਮੈਨੂੰ ਆਗਿਆ ਪਈ ਅਕਾਲ ਕੀ ਤਵੇ ਚਲਾਵੇ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਅਗਰ ਤੁਸੀਂ ਦੇ ਹੋ ਤਾਂ ਸਿੱਧ ਕਰੇ ਦਿਖਾਓ ਮੈਨੂੰ ਸਿੱਧ ਕਰਕੇ ਦਿਖਾਓ ਦੁਨੀਆ ਨੂੰ ਨਹੀਂ ਤਾਂ ਯਾਦ ਰੱਖਿਓ ਉੱਥੇ ਸਿੱਧ ਹੋਏਗਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੱਥ ਰੱਖਣ ਤੇ ਉਹਨਾਂ ਨੂੰ ਮਹਿਸੂਸ ਹੋਏਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹ ਲੈ ਰਹੇ ਨੇ ਮਹਿਸੂਸ ਹੋਏਗਾ ਉਹ ਧੜਕਣ ਉਹਨਾਂ ਦੀ ਚੱਲਦੀ ਹੈ ਮਹਿਸੂਸ ਕਰਨ ਵਾਸਤੇ ਪਾਵਰ ਚਾਹੀਦੀ ਹੈ ਪਾਵਰ ਹੈ ਆਪਣੇ ਕੋਲ ਉਹ ਆਪਣੇ ਕੋਲ ਬ੍ਰਹਮਚਾਰੇ ਹੈ ਉਹ ਬ੍ਰਹਮ ਤਿਆਗ ਹੈ ਆਪਣੇ ਕੋਲ ਬ੍ਰਹਮ ਅਗਨੀ ਜਲੀ ਆਪਣੀ ਉਹ ਤਾਂ ਕੁਝ ਵੀ ਨਹੀਂ ਹੈਗਾ ਜਦ ਆਪਣੇ ਕੋਲ ਪੂਰਾ ਸਿਧਾਂਤ ਨਹੀਂ ਆਪਣੇ ਕੋਲ ਹੈ ਕੁੰਡਲੀ ਸ਼ਕਤੀ ਸਾਡੀ ਜਾਗਰਤ ਨਹੀਂ ਹੈਗੀ ਮੂਲਾਧਾਰ ਚੱਕਰ ਸਾਡਾ ਐਕਟੀਵੇਟ ਨਹੀਂ ਸਭ ਦਿਸ਼ਟਾਂ ਚੱਕਰ ਐਕਟੀਵੇਟ ਨਹੀਂ ਹੈਗਾ ਮਣੀਪੁਰ ਚੱਕਰ ਐਕਟੀਵੇਟ ਨਹੀਂ ਆਦ ਚੱਕਰ ਐਕਟੀਵੇਟ ਨਹੀਂ ਵਿਸ਼ੁੱਧੀ ਨਹੀਂ ਐਕਟਿਵ ਹੈ ਸਹਸਤਰਾਲ ਨਹੀਂ ਚੱਕਰ ਐਕਟੀਵੇਟ 115 ਦੇ 15 ਚੱਕਰ ਤੁਹਾਡੇ ਡੈੱਡ ਹੋਏ ਪਏ ਆ ਆਪਣੇ ਪਰਿਵਾਰ ਨੂੰ ਆਪਾਂ ਕੰਟਰੋਲ ਨਹੀਂ ਕਰ ਪਾ ਰਹੇ ਤੇ ਉਹ ਗੁਰੂ ਦੀਆਂ ਗੱਲਾਂ ਨੂੰ ਕਿੱਦਾਂ ਆਪਾਂ ਨਿਲ ਕਰ ਰਹੇ ਹਾਂ ਹੁਣ ਮੈਂ ਆ ਮੇਰੇ ਪੂਰੇ ਪਰਿਵਾਰ ਸਿੱਖੀ ਵਾਸਤੇ ਕੁਰਬਾਨ ਹੁੰਦਾ ਚਲੇ ਗਿਆ ਮੰਨ ਲਓ ਪਰਿਵਾਰ ਮੇਰਾ ਪੂਰਾ ਕੁਰਬਾਨ ਹੋਇਆ ਹੁਣ ਆਖਰੀ ਵੰਸ਼ ਮੈਂ ਚਲੀਏ ਮੈਂ ਕਿੰਤੂ ਕਰੂੰਗਾ ਤਾਂ ਸਿੱਖ ਪੰਥ ਤੇ ਵਿਵੇਕ ਬੁੱਧੀ ਸੋਚ ਵਿਚਾਰ ਕਰੂੰਗੇ ਹੁਣ ਇਹ ਜਿਹੇ ਬੰਦੇ ਜਿਨ੍ਹਾਂ ਨੂੰ ਕਦੇ ਦੇਖਿਆ ਤੱਕ ਨਹੀਂ ਹੈ ਪਤਾ ਨਹੀਂ ਕਿੱਥੋਂ ਨਿਕਲ ਕੇ ਆ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਅਗਰ ਦੇਖੋ ਸਿਆਣੇ ਕਹਿੰਦੇ ਅਗਰ ਸ਼ਕਲ ਚੱਜ ਦੀ ਨਹੀਂ ਹੈਗੀ ਤਾਂ ਗੱਲ ਚੱਜ ਦੀ ਕਰੋ ਉਹ ਕਹਿੰਦੇ ਸ਼ਕਲ ਤਾਂ ਮੇਰੀ ਵੀ ਮੈਂ ਵੀ ਪੱਗ ਦਸਤਾਰ ਸਜਾਉਣਾ ਆ ਮੈਂ ਜਿਹੜਾ ਕੀ ਹੈ ਮੈਂ ਵੀ ਸਿੱਖ ਪਰਿਵਾਰ ਚੋਂ ਆ ਦੇਖੋ ਸਿੱਖ ਪਰਿਵਾਰ ਦੇ ਅੰਦਰ 2 ਲੱਖ ਤੋਂ ਜ਼ਿਆਦਾ ਤਾਂ ਸਿੱਖ ਪਰਿਵਾਰ ਨੂੰ ਜਿਹੜੇ ਆਹ ਸ਼ਿਵ ਸੈਨਾ ਵਾਲੇ ਆਪਣਾ RSS ਵਾਲੇ ਆ ਨਾ ਜਿਹੜੇ ਕਿਆ ਕਹਿੰਦੇ ਇਹਨਾਂ ਨੂੰ ਇਹ ਸ਼ਿਵ ਸੈਨਾ ਜੋ ਇਹਦੇ ਚ 2 ਲੱਖ ਤੋਂ ਜ਼ਿਆਦਾ ਤਾਂ ਸਰਦਾਰ ਬਣੇ ਹੋਏ ਨੇ ਬਾਣੇ ਪਾਏ ਹੋਏ ਉਹਨਾਂ ਨੇ ਦਾੜੀ ਰੱਖੀ ਹੋਈ ਉਹਨਾਂ ਦਾ ਮਕਸਦ ਇੱਕੋ ਇੱਕ ਹੈ ਕਿ ਆਪਣੇ ਵਿਵਾਦ ਪਾਣਾ ਆ ਦੁਬਿਧਾ ਵਿੱਚ ਫਸਾ ਕੇ ਰੱਖਣਾ ਆ ਕੋਈ ਨੌਕਰੀ ਦੀ ਗੱਲੇ ਨਾ ਕਰੇ ਕੋਈ ਰੋਜ਼ਗਾਰ ਦੇ ਉੱਤੇ ਬੋਲੇ ਹੀ ਨਾ ਕੋਈ ਸਰਕਾਰ ਦੇ ਵਾਅਦਿਆਂ ਨੂੰ ਯਾਦ ਦਿਲਾਵੇ ਹੀ ਨਾ ਸਰਕਾਰ ਨੇ ਜਿਹੜੇ ਵਾਅਦੇ ਕਰੇ ਆ ਆਹ ਪੰਜਾਬ ਸਰਕਾਰ ਨੇ ਜੋ ਵਾਅਦੇ ਕਰੇ ਇਹਨਾਂ ਵੱਲ ਕੋਈ ਆਵੇ ਹੀ ਨਾ ਐਵੇਂ ਟਾਈਮ ਨਿਕਲ ਜਾਵੇ 5 ਸਾਲ ਰੋਲ ਰੱਪੇ ਚ ਨਿਕਲ ਜਾਂਦਾ ਆ ਅਖੀਰਲੇ 2 ਮਹੀਨੇ ਚ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਲੋਕਾਂ ਨੂੰ ਪੈਸੇ ਪਾਤੇ ਜੀ ਮੀਟਰ ਦੀ ਬਿਜਲੀਆਂ ਫ੍ਰੀ ਕਰਤੀਆਂ ਹੁਣ ਬਿਜਲੀ ਫ੍ਰੀ ਕਰ ਦਿੱਤੀ ਯਾਰ ਬਿਜਲੀ ਫ੍ਰੀ ਦੇਖੋ 4.5 ਲੱਖ ਕਰੋੜ ਕਰਜ਼ਾ ਆ ਉੱਪਰ ਤੁਸੀਂ ਫ੍ਰੀ ਦੇ ਰਹੇ ਹੋ ਇਹਦਾ ਮਤਲਬ ਕੀ ਬਣਿਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਹੀ ਸਾਰਾ ਕੁਝ ਜਿਹੜਾ ਹੈ ਨਾ ਕਿਸਾਨਾਂ ਦੀ ਜ਼ਮੀਨਾਂ ਦੇ ਉੱਤੇ ਇਹਨਾਂ ਦੀ ਅੱਖ ਹੈ ਆ ਸਾਰੀਆਂ ਜ਼ਮੀਨਾਂ ਵੇਚ ਚੁੱਕੇ ਆ ਪੰਜਾਬ ਦੇ 4 ਲੱਖ ਕਰੋੜ ਜਿਹੜੀ ਹੈ ਜ਼ਮੀਨਾਂ ਹੈ ਨਾ ਪੂਰਾ ਨਹੀਂ ਹੋਣਾ ਇਹ ਪੈਸਾ ਜੀ ਇਹ ਤਾਂ ਸਾਰੇ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਲੋਕਾਂ ਦੇ ਲਤੀਪੁਰੇ ਦੇ ਅੰਦਰ ਮਕਾਨ ਢਾਏ ਗਏ ਆ ਇਹਨਾਂ ਦੀ ਮਜਬੂਰੀ ਆ ਇਹਨਾਂ ਨੂੰ ਢਾਣੇ ਪੈਣੇ ਆ ਇਸ ਸਰਕਾਰ ਨੂੰ ਕੋਈ ਵੀ ਸਰਕਾਰ ਹੈ ਚਾਹੇ ਕੈਪਟਨ ਅਮਰਿੰਦਰ ਸੀਗਾ ਚਾਹੇ ਇਹ ਸੀਗਾ ਭਗਵੰਤ ਮਾਨ ਹੈ ਇਹਨਾਂ ਨੂੰ ਉਹ ਢਾਣੇ ਪੈਣੇ ਆ ਕਿਉਂਕਿ ਇਹਨਾਂ ਨੇ ਟੈਂਡਰ ਲਏ ਹੋਏ ਆ ਇਹਨਾਂ ਨੇ ਅੱਗੇ ਸ਼ਰਤਾਂ ਰੱਖੀਆਂ ਹੋਈਆਂ ਸੀ ਕਿ ਤਾਂ ਇਹ ਬਣੇ ਨੇ ਇਸ ਲੈਵਲ ਤੇ ਪਹੁੰਚੇ ਨੇ ਸਰਕਾਰਾਂ ਦੀ ਜਦੋਂ ਗੱਲ ਹੁੰਦੀ ਆ ਤਾਂ ਪੰਜਾਬ ਦੇ ਵਿੱਚ ਵੱਡੇ ਮਸਲੇ ਨੇ ਪਾਣੀਆਂ ਦਾ ਮਸਲਾ ਇੱਕ ਮਸਲਾ ਜਿਹਦੇ ਉੱਤੇ ਵੱਡੀ ਸਿਆਸਤ ਹੁੰਦੀ ਆ ਵਾਰ-ਵਾਰ ਖਾਸ ਤੌਰ ਤੇ ਇਲੈਕਸ਼ਨਾਂ ਤੋਂ ਪਹਿਲਾਂ ਬੇਅਦਬੀ ਦਾ ਮਸਲਾ ਕਿ ਬੇਅਦਬੀ ਦਾ ਇਨਸਾਫ ਨਹੀਂ ਮਿਲ ਰਿਹਾ ਮੋਰਚੇ ਲੱਗੇ ਹੋਏ ਨੇ ਕਈ ਸਾਲਾਂ ਬੱਧੀ ਮੋਰਚੇ ਲੱਗੇ ਹੋਏ ਨੇ ਪਰ ਕੋਈ ਹੱਲ ਨਹੀਂ ਹੋ ਰਿਹਾ ਤਾਂ ਬੇਅਦਬੀ ਤੇ ਵੀ ਜਦੋਂ ਇਕਬਾਲ ਸਿੰਘ ਢਿੱਲੋਂ ਨਾਲ ਗੱਲ ਹੋ ਰਹੀ ਸੀ ਹਾਲਾਂਕਿ ਮੈਂ ਉਸ ਗੱਲ ਤੇ ਕਿੰਤੂ ਵੀ ਕੀਤੀ ਮੈਂ ਸਵਾਲ ਕੀਤਾ ਉਹਨਾਂ ਦਾ ਪਰ ਇਹ ਕਹਿਣਾ ਸੀ ਉਹ ਅਟਲ ਸੀ ਇਸ ਗੱਲ ਤੇ ਕਿ ਬੇਅਦਬੀ ਕਰਨ ਵਾਲਾ ਨਹੀਂ ਬੇਅਦਬੀ ਮਹਿਸੂਸ ਕਰਨ ਵਾਲਾ ਪਹਿਲਾਂ ਦੋਸ਼ੀ ਹੈ ਵੀ ਇਹ ਕਤਲ ਕਿਵੇਂ ਕਰ ਦਿੰਦੇ ਨੇ ਇਹਨਾਂ ਨੂੰ ਕੌਣ ਇਜਾਜ਼ਤ ਦਿੰਦਾ ਹੈ ਇਹ ਉਹਨਾਂ ਦਾ ਪੱਖ ਸੀ ਨਹੀਂ ਦੇਖੋ ਗੱਲ ਐਦਾਂ ਆ ਪਹਿਲੀ ਗੱਲ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੰਨੇ ਸਾਡੇ ਉੱਚੇ ਆ ਨਾ ਮੈਂ ਆਪਣੀ ਭਾਵਨਾ ਦੇ ਨਾਲ ਗੱਲ ਕਰ ਰਿਹਾ ਮੈਂ ਇਸ ਟੌਪਿਕ ਤੇ ਗੱਲ ਨਹੀਂ ਕਰ ਰਿਹਾ ਕਿ ਬੇਅਦਬੀ ਹੋਣੀ ਚਾਹੀਦੀ ਕਿ ਨਹੀਂ ਮੈਂ ਆਪਣੀ ਭਾਵਨਾ ਦੱਸ ਰਿਹਾ ਤੁਹਾਨੂੰ ਮੈਂ ਜੋ ਆਪਣੀ ਨਿਗਾਹ ਨਾਲ ਮੈਨੂੰ ਜੋ ਸਤਿਕਾਰ ਹੈ ਮੇਰੇ ਪ੍ਰਤੀ ਗੁਰੂ ਸਾਹਿਬ ਦਾ ਹੁਣ ਇੱਕ ਆਕਾਸ਼ ਹੈ ਆਪਾਂ ਆਕਾਸ਼ ਦੇ ਉੱਪਰ ਥੁੱਕਾਂਗੇ ਤਾਂ ਸਾਡੇ ਮੂੰਹ ਤੇ ਅੱਗੇ ਗਿਰੇਗਾ ਆਕਾਸ਼ ਨੂੰ ਥੁੱਕ ਲੱਗੇਗਾ ਨਾ ਨਹੀਂ ਉਹ ਆਪਣੇ ਤੇ ਲੱਗੇਗਾ ਉਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੰਨੇ ਉੱਚੇ ਉਹਨਾਂ ਦੀ ਬੇਅਦਬੀ ਕੋਈ ਕਰੇ ਨਹੀਂ ਸਕਦਾ ਕਿਸੇ ਦੀ ਇੰਨੀ ਹੈਸੀਅਤ ਨਹੀਂ ਕੋਈ ਬੇਅਦਬੀ ਕਰਦਾ ਇੱਕ ਗੱਲ ਤੇ ਤਾਂ ਤੁਹਾਡੀ ਤੁਸੀਂ ਇਕਬਾਲ ਸਿੰਘ ਢਿੱਲੋਂ ਨਾਲ ਸੋਚ ਰਲੀ ਆ ਉਹ ਵੀ ਐਂ ਕਹਿੰਦੇ ਮੇਰੀ ਸੋਚ ਉਹਦੇ ਨਾਲ ਕਦੇ ਵੀ ਨਹੀਂ ਰਲ ਸਕਦੀ ਹਾਂ ਦੂਸਰੀ ਗੱਲ ਇਹ ਹੈ ਕਿ ਜਿਹੜੀ ਬੇਅਦਬੀ ਮਨਸ਼ਾ ਰੱਖਣ ਵਾਸਤੇ ਆਇਆ ਬੰਦਾ ਉਹ ਬਹੁਤ ਵੱਡੀ ਬੇਅਦਬੀ ਹੈ ਮਨਸ਼ਾ ਰੱਖਣਾ ਸਭ ਤੋਂ ਵੱਡੀ ਬੇਅਦਬੀ ਹੈ ਕਿ ਮੈਂ ਬੇਅਦਬੀ ਕਰਨੀ ਚਾਹੇ ਉਹ ਬੇਅਦਬੀ ਕਰਨ ਦਾ ਚਾਹੇ ਉਹਦੇ ਫੈਮਿਲੀ ਨੂੰ ਹਾਇਰ ਕਰਿਆ ਕਿਉਂਕਿ ਜਿਹੜੀਆਂ ਸਰਕਾਰਾਂ ਬੇਅਦਬੀਆਂ ਕਰਾਉਂਦੀਆਂ ਹੋਰ ਕਿਸੇ ਦੀ ਕੀ ਔਕਾਤ ਹੈ ਬੇਅਦਬੀ ਕਰਨ ਦੀ ਕੋਈ ਕਰੇ ਨਹੀਂ ਸਕਦਾ ਸਰਕਾਰਾਂ ਬੇਅਦਬੀ ਕਰਾਉਂਦੀ ਮੌਜੂਦਾ ਸਰਕਾਰਾਂ ਕਰਵਾਉਂਦੀਆਂ ਨੇ ਸਾਰੀਆਂ ਕਿਉਂਕਿ ਉਹਦਾ ਕਹਿ ਕਿ ਜਿਹੜੀ ਸਿੱਖ ਕੌਮ ਹੈ ਨਾ ਉਹ ਬੜੀ ਬੁੱਧੀਜੀਵ ਹੈ ਬੜੀ ਵਿਵੇਕ ਬੁੱਧੀ ਵਾਲੀ ਹੈ ਬੜੀ ਮਾਰਸ਼ਲ ਕੌਮ ਹੈ ਉਹਨੂੰ ਕੋਈ ਦੁਨੀਆ 'ਚ ਨਹੀਂ ਹਰਾ ਸਕਦਾ ਨਾ ਕੋਈ ਹੈਜ਼ਾ ਕੋਈ ਜੰਮਿਆ ਹੋਏਗਾ ਜੋ ਹਰਾਏਗਾ ਜੋ ਸਿੱਖ ਕੌਮ ਹੈ ਇਹਨੂੰ ਹਰਾਉਣ ਵਾਸਤੇ ਭਰਾ ਨੂੰ ਲੜਾ ਦਿਓ ਬਹਿਰੂਪੀਏ ਤਿਆਰ ਕਰੋ ਪੱਗਾਂ ਬੰਨ ਦੋ ਉਦਾਂ ਦੀਆਂ ਹੁਣ ਤੁਸੀਂ ਆ ਕੇ ਕਿੰਤੂ ਪਰੰਤੂ ਕਰੋਗੇ ਸਿੱਖ ਤੁਹਾਡੇ ਕਿਸੇ ਨੇ ਗੱਲ ਨਹੀਂ ਸੁਣਨੀ
ਤੁਸੀਂ ਮੇਰੇ ਵਾਲਾ ਬਾਣਾ ਪਾ ਕੇ ਕਿੰਤੂ ਕਰੋ, ਸਾਰੇ ਤਰ੍ਹਾਂ ਦੀ ਗੱਲ ਸੁਣਨਗੇ। ਉਹਨਾਂ ਨੇ ਬਾਹਰ ਦਾ ਬਾਣਾ ਦੇਖਣਾ, ਅੰਦਰ ਬੰਦੇ ਦੇ ਕਿਆ ਗੰਦ ਛੁਪਿਆ ਹੋਇਆ, ਕਿੰਨਾ ਕੁਛ ਉਹ ਨਹੀਂ ਦੇਖਣਾ ਕਿਸੇ ਨੇ। ਸੋ ਇਸ ਕਰਕੇ ਇੱਕ ਗੁਰੂ ਇਕਬਾਲ ਦੀ ਕੁਝ ਮੈਂ ਗੱਲਾਂ ਉਹਦੇ ਸਾਹਮਣੇ ਪਰੇ ਕਰਨਾ ਚਾਹੁੰਦਾ ਵਾਂ। ਦੇਖੋ ਮੈਂ ਜਿਹੜੇ ਆ ਲੋਕ, ਮੈਂ ਆਪਾਂ ਡਿਬੇਟ ਦਾ ਸੱਦਾ, ਉਹਨਾਂ ਨੇ ਪਹਿਲਾਂ ਆਪਣੀ ਵੀਡੀਓ ਦੇ ਵਿੱਚ ਚੈਲੰਜ ਕੀਤਾ ਸੀ, ਮੈਂ ਵੀ ਗੱਲ ਉਹਨਾਂ ਤੱਕ ਪਹੁੰਚਾ ਦਿਆਂਗਾ ਵੀਡੀਓ ਰਾਹੀਂ, ਤੁਸੀਂ ਵੀ ਕਹਿ ਸਕਦੇ ਹੋ। ਦੇਖੋ ਮੈਂ ਤਾਂ ਇਹ ਗੱਲ ਕਹਿੰਦਾ ਵੀ ਤੁਸੀਂ ਆਪਣਾ, ਹੁਣ ਉਮਰ ਉਹਦੀ ਬਹੁਤ ਹੋ ਗਈ ਹੈ ਨਾ, ਉਹ ਜੰਗ ਲੜ ਸਕਦਾ, ਕਿਉਂਕਿ ਉਹਦੇ ਕੋਲ ਉਹ ਕਿਹੜਾ ਬਾਬਾ ਦੀਪ ਸਿੰਘ ਦੇ ਨਿਯਮ ਪਰ ਚੱਲਦਾ ਹੋਣਾ। ਇਹੋ ਜਿਹੇ ਬੰਦੇ ਤਾਂ ਬਸ ਇਦਾਂ ਹੀ ਹੈ, ਇੱਕ ਮਰੀ ਜੀ ਛੁਰਲੀ ਛੱਡ ਕੇ ਘਰਾਂ 'ਚ ਬੈਠੇ ਆ, ਉਹ ਆਪਣੇ ਮੈਦਾਨ 'ਚ ਆਵੇ ਨਾ, ਮੈਦਾਨ ਜਾ ਕੇ ਗੱਲ ਕਰੇ। ਉਹ ਕਹਿੰਦਾ ਜੀ ਮੇਰੇ ਕੋਲ ਆਵੇ ਕੋਈ ਡਿਬੇਟ ਕਰੇ, ਮੈਂ 18 ਦੇ 18 ਪੁਰਾਣ ਲੈ ਕੇ ਆਵਾਂਗਾ, ਚਾਰੇ ਵੇਦ ਲੈ ਕੇ ਆਵਾਂਗਾ। ਉਹਨਾਂ ਦੇ ਪਹਿਲਾਂ ਉਹਨਾਂ 'ਚ ਕੀ ਲਿਖਿਆ ਉਹਨੂੰ ਉਹ ਦੱਸਣਾ ਪੈਣਾ, ਨਹੀਂ ਮੈਂ ਦੱਸਾਂਗਾ। ਠੀਕ ਹੈ ਜੀ ਜੀ, ਕਿਉਂਕਿ ਆਪਾਂ ਪਹਿਲਾਂ ਉਹ ਕਹਿੰਦਾ ਨਾ ਕਿ ਬ੍ਰਾਹਮਣਵਾਦ ਦੇਖੋ ਦੋ ਤਰੀਕੇ ਦਾ ਬ੍ਰਾਹਮਣਵਾਦ ਹੈ ਸੰਸਾਰ ਦੇ ਅੰਦਰ। ਜਿਨ੍ਹਾਂ ਬਾਹਮਣਾਂ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ, ਉਹ ਬੜੇ ਸਰਵੋਤਮ ਸੀਗੇ, ਕਸ਼ਮੀਰੀ ਪੰਡਤ ਬੜੇ ਸਰਵੋਤਮ ਸੀਗੇ, ਉਹ ਅੱਜ ਵੀ ਜਾਨ ਦੇਣ ਨੂੰ ਤਿਆਰ ਹੈ ਸਿੱਖ ਵਾਸਤੇ। ਜਿਹੜੇ ਮਨੂਵਾਦੀ ਬ੍ਰਾਹਮਣ ਹੋਏ ਨੇ, ਉਹਨਾਂ ਦੀ ਸੋਚ ਅਲੱਗ ਹੈ। ਉਹਨਾਂ ਨੇ ਉਹ ਜ਼ਿਆਦਾ, ਜਿਹੜੇ ਮਨੂਵਾਦੀ ਬ੍ਰਾਹਮਣ ਹੋਏ ਆ, ਉਹ ਸਰਕਾਰ ਦੇ ਨਾਲ ਜ਼ਿਆਦਾ ਮਿਲ ਕੇ ਚੱਲੇ ਆ। ਜਿਹੜਾ ਸਰਕਾਰ ਦੇ ਨਾਲ ਮਿਲ ਗਿਆ ਉਹਦੀ ਕੋਈ ਜਾਤ ਹੀ ਨਹੀਂ ਹੁੰਦੀ। ਇਹਦਾ ਗੱਲ ਕਲੀਅਰ ਹੋ ਗਈ ਨਾ ਜੀ। ਗੁਰੂ ਇਕਬਾਲ ਦੀ ਜਿਹੜੀ ਸੋਚ ਹੈ, ਜਿਹੜੇ ਮਨੂਵਾਦੀ ਬ੍ਰਾਹਮਣਵਾਦ ਹੈ, ਉਹਨੂੰ ਜੋ ਬ੍ਰਾਹਮਣਵਾਦ ਔਰਤ ਨੂੰ ਬੜਾ ਨੀਵਾਂ ਦੱਸਦਾ ਆ, ਔਰਤ ਨੂੰ ਮੰਦਿਰ ਦੇ ਅੰਦਰ ਵੜਨ ਨਹੀਂ ਦਿੰਦਾ, ਉਹ ਜਦੋਂ ਉਹਨੂੰ ਮੈਂਸੇਜ ਆਉਂਦੀ ਹੈ, ਕੁਝ ਵੀ ਹੁੰਦਾ ਹੈ, ਉਹ ਜਿਹੜਾ ਬ੍ਰਾਹਮਣਵਾਦ ਹੈ ਉਹ ਗਲਤ ਹੈ ਬਿਲਕੁਲ, ਉਹਦੇ ਮੈਂ ਖੁਦ ਖਿਲਾਫ ਹੈ। ਠੀਕ ਹੈ ਨਾ। ਪਰ ਜਿਹੜਾ ਬ੍ਰਾਹਮਣਵਾਦ ਸਰਬੱਤ ਦੇ ਭਲੇ ਵਾਸਤੇ ਹੈ, ਸ਼ਾਂਤੀ ਮੰਗਦਾ ਆ, ਸੰਸਾਰ ਨੂੰ ਸ਼ਾਂਤੀ ਵਿੱਚ ਦੇਖਣਾ ਚਾਹੁੰਦਾ ਆ, ਔਰ ਆਪਣੇ ਈਸ਼ਟ ਨੂੰ ਸੱਚੇ ਮਨ ਨਾਲ ਮੰਨਦਾ ਆ, ਤਾਂ ਉਹ ਬ੍ਰਾਹਮਣ ਦਾ ਆਪਾਂ ਸਿੱਖ ਕੌਮ ਬਣੀ ਹੀ ਗਊ ਗਰੀਬ ਬ੍ਰਾਹਮਣ ਦੀ ਰੱਖਿਆ ਵਾਸਤੇ। ਮਨੂਵਾਦੀ ਬ੍ਰਾਹਮਣ ਦੇ ਤਾਂ ਲੱਤਾਂ ਤੋੜੋ, ਉਹਨੂੰ ਤਾਂ ਵੱਢੋ ਫੜ ਕੇ, ਕਿਉਂਕਿ ਉਹਨੇ ਵਿਵਾਦ ਉਤਪੰਨ ਕਰਨਾ ਹੈ ਆਗੇ, ਕਿਉਂਕਿ ਉਹਦੀ ਦੁਕਾਨਦਾਰੀ ਤਾਂ ਹੀ ਚੱਲੇਗੀ ਜੇ ਵਿਵਾਦ ਕਰੇਗਾ ਉਹ, ਜੇ ਉਹ ਪਖੰਡ ਕਰੇਗਾ। ਜਿਵੇਂ ਸੂਤਕ ਹੋ ਗਿਆ, ਸੂਤਕ ਨੂੰ ਮੰਨਣਾ ਹੋ ਗਿਆ, ਜਾਂ ਆਪਣਾ ਇਹ ਹੋ ਗਿਆ ਮਰਨ ਤੋਂ ਬਾਅਦ ਜੋ ਵੀ ਕਿਰਿਆਵਾਂ ਕਰਦੇ ਨੇ, ਹਨਾ, ਚਲੋ ਉਹ ਥੋੜਾ ਜਿਹਾ ਬ੍ਰਾਹਮਣਵਾਦ ਉਹ ਆ ਜਾਂਦਾ ਆ। ਬਾਕੀ ਮੈਂ ਉਸ ਚੀਜ਼ ਦੇ ਨਾਲ ਨਹੀਂ ਹਾਂ, ਪਰ ਜਿਹੜੇ ਬ੍ਰਾਹਮਣ ਜਿਹੜੇ ਪਿਓਰਟੀ ਨਾਲ ਚੱਲਦੇ ਨੇ, ਆਪਣੇ ਜੰਜੂ ਦੇ ਪੂਰੇ ਮਰਿਆਦਾ ਨਾਲ ਚੱਲਦੇ ਆ, ਆਪਣੀ ਚੋਟੀ ਦੀ ਪੂਰੀ ਮਰਿਆਦਾ ਨਾਲ ਚੱਲਦੇ ਆ, ਤਿਲਕਾਂ ਦੀ ਪੂਰੀ ਮਰਿਆਦਾ ਨਾਲ ਚੱਲਦੇ ਆ, ਰਿਗਵੇਦ ਦੀ ਪੂਰੀ ਮਰਿਆਦਾ ਨਾਲ ਚੱਲਦੇ ਆ, ਉਹ ਸਤਿਕਾਰਯੋਗ ਹੈ। ਜੋ ਨਿਰੋਲ ਮੰਤਰਾਂ ਦਾ ਉਚਾਰਨ ਕਰਦੇ, ਉਹ ਸਤਿਕਾਰਯੋਗ ਹੈ। ਬਾਕੀ ਜਿਹੜੇ ਕਦੇ ਕਿਸੇ ਨੇ ਕੋਈ ਪੁਰਾਣ ਪੜ੍ਹਿਆ ਨਹੀਂ ਹੈਗਾ, ਸਿਰਫ ਭਗਵਾ ਬਾਣਾ ਪਾਇਆ ਹੋਇਆ ਜਾਂ ਉਧਰੋਂ ਲੀਡਰਾਂ ਦਾ ਵੀ ਪੈਸੇ ਖਾਈ ਜਾ ਰਹੇ ਨੇ, ਇਧਰੋਂ ਮੰਦਿਰ ਦੇ ਅੰਦਰ ਵੀ ਉਹੀ ਲੀਡਰ ਵਾਲੀ ਗੱਲਾਂ ਫੈਲਾਈ ਜਾ ਰਹੇ ਨੇ, ਉਹ ਡਿਵਾਈਡ ਐਂਡ ਰੂਲ ਕਰ ਰਹੇ ਆ। ਇਹ ਜਿਹੜੀ ਮਨੂ ਬਾਹਮਣਵਾਦੀ ਸੋਚ ਹੈ, ਇਹਨਾਂ ਨੇ ਤਾਂ ਇਹ ਗੁਰਦੁਆਰੇ ਮੰਦਿਰ ਅਲੱਗ-ਅਲੱਗ ਬਣਵਾਏ ਨੇ, ਛੋਟੀ ਜਾਤੀ ਤੇ ਵੱਡੀ ਜਾਤੀ ਤੇ, ਇਹਨਾਂ ਨੇ ਤਾਂ ਜ਼ਿਆਦਾ ਫੈਲਾਇਆ, ਕਿਉਂਕਿ ਇਹਨਾਂ ਨੇ ਡੈਮੋਕ੍ਰੇਸੀ ਕਰਨੀ ਹੁੰਦੀ, ਡਿਵਾਈਡ ਐਂਡ ਰੂਲ ਕਰਨਾ ਹੁੰਦਾ, ਸਰਕਾਰ ਦੇ ਤਰੀਕੇ ਨਾਲ ਚੱਲਣਾ। ਜਿਵੇਂ ਮਨੂ ਬ੍ਰਾਹਮਣਵਾਦੀ ਨੇ, ਕੀ ਤੁਹਾਨੂੰ ਲੱਗਦਾ ਸਿੱਖੀ ਦੇ ਵਿੱਚ ਵੀ ਅੱਜ ਇਹੋ ਜਿਹੇ ਅਨਸਰ ਹੈਗੇ ਆ? ਜੇ ਉਹ ਮੰਦਿਰ ਅੱਡ-ਅੱਡ ਬਣੇ ਨੇ, ਤਾਂ ਗੁਰਦੁਆਰੇ ਵੀ ਅੱਡ-ਅੱਡ ਬਣ ਚੁੱਕੇ ਨੇ। ਜਿਹੜਾ ਇਕਬਾਲ ਸਿੰਘ ਹੈ, ਮਨੂਵਾਦੀ ਤਾਂ ਹੈ ਬਾਹਮਣ, ਇਹ ਮਨੂਵਾਦੀ ਨੂੰ ਕਹਿ ਸਕਦੇ ਉਹ ਖਿਲਾਫਤ ਕਰਦਾ ਹੈ ਨਾ। ਉਹ ਫਿਰ ਦੇਖੋ ਕਿਸੇ ਦੀ ਆਪਾਂ ਨੇ ਐਂਟਰੀ ਕਰਨੀ ਹੈ, ਤਾਂ ਉਹਦੀ ਖਿਲਾਫਤ ਕਰਕੇ ਐਂਟਰੀ ਕਰੋਗੇ ਤੁਸੀਂ। ਅਗਰ ਹੁਣ ਕਿਤੇ 4 ਬੰਦੇ ਦੇ ਤੁਸੀਂ ਐਂਟਰੀ ਕਰਨੀ ਹੈ, ਹੁਣ 4 ਬੰਦੇ ਉਸ ਬੰਦੇ ਦੇ ਵਿਰੋਧੀ ਹੈ, ਤੁਸੀਂ ਉਹਦੇ 'ਚ ਐਂਟਰੀ ਕਰੋਗੇ, ਉਹਦਾ ਵਿਰੋਧ ਕਰਕੇ ਐਂਟਰੀ, ਉਹਦੀ ਤਾਰੀਫ ਕਰਕੇ ਤਾਂ ਤੁਹਾਨੂੰ ਅੰਦਰ ਨਹੀਂ ਵੜਨ ਦੇਣਾ ਉਹਨਾਂ ਨੇ। ਉਹਦੇ ਲਈ ਤੁਹਾਨੂੰ ਡਰੈਸ ਚਾਹੀਦੀ ਹੈ, ਕਿਆ ਚਾਹੀਦਾ ਹੈ? ਇੱਕ ਪੱਗ ਬੰਨ ਲਓ, ਕਮੀਜ਼ ਪਾ ਲਓ, ਹਨਾ, ਦਾੜੀ ਰੱਖ ਲਓ, ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਸਿੱਖੀ ਬਾਰੇ ਬੋਲੀ ਜਾਓ, ਤੁਹਾਨੂੰ ਲਾਇਸੈਂਸ ਮਿਲ ਗਿਆ। ਪਰ ਉਹਨੂੰ ਐ ਨਹੀਂ ਨਾ ਪਤਾ ਇੱਧਰ ਤੀਰ ਵੀ ਤਿੱਖੇ ਪੂਰੇ ਪਏ ਨੇ। ਇੱਥੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਆ, ਅੱਜ ਤੱਕ ਦੇਖੋ ਮੈਂ ਪਿਛਲੇ ਹੁਣੀ ਸਪੋਕਸਮੈਨ ਨੂੰ ਵੀ ਗੱਲ ਕਹੀ ਹੈ ਕਿ ਖੱਤਰੀ ਕਾ ਪੂਤ ਹੋ ਬਾਹਮਣ ਕੋ ਨਹੀਂ, ਖੱਤਰੀ ਕਾ ਪੂਤ ਹੋ ਬਾਹਮਣ ਕੋ ਨਹੀਂ। ਆਪਾਂ ਖੱਤਰੀ ਦੇ ਪੁੱਤਰ ਆ ਜੀ, ਠੀਕ ਹੈ। ਸਨਾਤਨ ਧਰਮ ਦਾ ਸਾਡਾ ਜਨਮ ਹੈ, ਸਨਾਤਨ ਧਰਮ ਨੂੰ ਮੈਂ ਮੰਨਦਾ ਵਾਂ। ਇਹ ਨਹੀਂ ਮੰਨਦਾ ਕਿ ਹਾਂ ਜੀ ਆਪਾਂ ਪਖੰਡ ਨੂੰ ਮੰਨਣਾ ਆ ਜਾਂ ਮੂਰਤੀਆਂ ਨੂੰ ਮੈਂ ਮੱਥਾ ਟੇਕਣਾ। ਮੂਰਤੀ ਪਿੱਛੇ ਆਪਾਂ ਸੀਸ ਦੇ ਸਕਦੇ ਹਾਂ, ਕਿਉਂਕਿ ਸਾਨੂੰ ਗੁਰੂ ਤੇਗ ਬਹਾਦਰ ਸਾਡੇ ਗੁਰੂ ਦਾਦਾ ਨੇ ਇਹ ਸਿਖਾਇਆ ਆ। ਪੱਥਰ ਉਹ ਉਹਨਾਂ ਵਾਸਤੇ ਪੱਥਰ ਹੈ, ਉਹਨਾਂ ਦੀ ਸ਼ਰਧਾ ਆ। ਗੁਰੂ ਤੇਗ ਬਹਾਦਰ ਮਹਾਰਾਜ ਨੇ ਪੱਥਰਾਂ ਲਈ ਸ਼ੀਸ਼ ਨਹੀਂ ਦਿੱਤਾ, ਜੋ ਕਸ਼ਮੀਰੀ ਪੰਡਤਾਂ ਦੀ ਸ਼ਰਧਾ ਸੀ ਨਾ, ਉਹ ਸ਼ਰਧਾ ਕਰਕੇ ਸ਼ੀਸ਼ ਉਹਨਾਂ ਨੇ ਦਿੱਤਾ ਸੀਗਾ। ਪਰ ਕੀ ਤੁਹਾਨੂੰ ਲੱਗਦਾ ਤੁਹਾਡੀ ਇਸ ਗੱਲ ਨੂੰ ਤੋੜ ਮਰੋੜ ਕੇ ਲੋਕ ਕਹਿਣਗੇ ਕਿ ਦੇਖੋ ਹੁਣ ਸਿੱਖੀ ਦੇ ਵਿੱਚ ਵੀ ਮੂਰਤੀ ਪੂਜਾ ਦੀ ਗੱਲ ਹੋਣ ਲੱਗ ਗਈ ਹੈ, ਤਾਂ ਗੁਰੂ ਸਾਹਿਬ ਨੇ ਮਨਾ ਕੀਤਾ ਸੀ ਪੂਜਾ ਨਹੀਂ ਕਰਨੀ, ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ ਅੱਜ ਗੁਰੂ ਨਾਨਕ ਦੇਵ ਦੀਆਂ, ਇਹ ਸਭ ਉਲਟ ਹੁੰਦਾ? ਨਹੀਂ, ਜਿਹੜੇ ਲੋਕ ਇਹ ਕਹਿਣਗੇ ਉਹਨਾਂ ਦਾ ਆਪਣਾ ਜੀਵਨ ਕਿਆ, ਨਿੱਜੀ ਜੀਵਨ ਕਿਆ ਉਹਨਾਂ ਨੇ ਤਰਾਟਕ ਵਿੱਦਿਆ ਸਿੱਖੀ ਹੈ? ਕਦੇ ਉਹਨਾਂ ਨੇ ਪੁਰਾਣਾਂ ਨੂੰ ਸਟੱਡੀ ਕੀਤਾ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 32ਵਾਂ ਬਚਨ ਹੈ ਕਿ ਹਰ ਧਰਮ ਦਾ ਕਿਤਾਬਾਂ ਨੂੰ ਸਟੱਡੀ ਕਰਨਾ ਆ, 18 ਪੁਰਾਣਾਂ ਨੂੰ ਸਾਰਿਆਂ ਨੂੰ ਸਟੱਡੀ ਕਰੋ, ਫਿਰ ਟੇਕ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣਾ। ਇਸ ਗੱਲ ਤੇ ਕੋਈ ਅਮਲ ਉਤਰਿਆ? 52 ਹੁਕਮਾਂ ਵਿੱਚੋਂ ਕੋਈ 5 ਹੁਕਮ ਵੀ ਨਹੀਂ ਮੰਨਦਾ ਹੋਣਾ, ਪਰ ਹਾਂ ਕਿੰਤੂ ਪਰੰਤੂ ਕਰਨ ਨੂੰ ਕਿਹੜਾ ਬਿੱਲ ਆਉਂਦਾ, ਕੋਈ ਕਰੀ ਜਾਓ, ਉਹਦਾ ਕਿਆ ਆ? ਪ੍ਰੈਕਟੀਕਲ ਦੀ ਗੱਲ ਆਓ ਨਾ,
ਤੁਹਾਡੇ ਤੁਸੀਂ ਕੰਫਰਟੇਬਲ ਪਰ ਅੰਦਰ। ਤੁਸੀਂ ਤਾਂ ਇਸ ਜੀਵਨ ਦੇ ਨਾਲ ਜੁੜੇ ਹੋਏ ਹੋ, ਤੁਸੀਂ ਦੱਸ ਦਿਓ ਕਿ ਮੂਰਤੀ ਪੂਜਾ ਫਿਰ ਹਿੱਸਾ ਹੈ ਜਾਂ ਨਹੀਂ ਹੈ। ਦੇਖੋ ਮੂਰਤੀ ਪੂਜਾ ਦੱਸਾਂ, ਕਿਉਂਕਿ ਆਮ ਤਾਂ ਇਹੀ ਕਿਹਾ ਜਾਂਦਾ ਕਿ ਗੁਰੂ ਸਾਹਿਬਾਨਾਂ ਨੇ ਕਿਹਾ ਸੀ, ਮੂਰਤੀ ਪੂਜਾ ਦਾ ਖੰਡਨ ਕੀਤਾ ਸੀ ਉਹਨਾਂ ਨੇ। ਆਹ ਪੱਥਰ ਦਿਖਾਓ ਮੈਨੂੰ 2 ਮਿੰਟ, ਆਹ ਦਿਖਾ, ਆਹ ਲੈ ਕੇ ਆਓ 2 ਮਿੰਟ। ਦੇਖੋ ਤੁਹਾਨੂੰ ਮੈਂ ਇਹਦਾ ਇੱਕ टेक्निकल जवाब दूंगा। हुना पत्थर है, जब तराशा नहीं था तो पत्थर थे, जब तराश दिए गए तो भगवान बन गए। क्या इसके अंदर वो विष्णु की मूर्ति निकल सकती कि नहीं निकल सकती? सच है कि झूठ है जी? जो मूर्तियां का विश्लेषण है ना, वो एक संकेत है। संकेत क्या है कि जिवें पत्थर के अंदर परमात्मा निकल सकता है, तुहाडे दिल रूपी पत्थर के अंदर भी परमात्मा निकल सकता है। वो एक सिंबल है, ਉਹਦੇ ਨਾਲ जोड़िया नहीं गया ਉਹ ਸੰਕੇਤਿਕ ਸਿੰਬਲ है। ਆ ਟਿੱਕਾ ਲੱਗਦਾ ਉਰੇ ਸੰਕੇਤਿਕ ਸਿੰਬਲ ਹੈ ਕਿ ਤੁਹਾਡੇ ਉਰੇ ਆਤਮਾ ਉਰੇ ਰਹਿੰਦੀ ਤੁਹਾਡੀ। ਇਹ ਸੰਕੇਤਿਕ ਸਿੰਬਲ ਹੈ। ਉਹ ਬੈਲ ਵੱਜਦੀ ਹੈ, ਉਹ ਜੀ ਨਾਭੀ ਦੇ ਅੰਦਰੋਂ ਧੁਨ ਵੱਜਦੀ ਹੈ, ਠੀਕ ਹੈ। ਉਹ ਸੰਕੇਤ ਹੈ। ਮੰਦਿਰ ਦੇ ਅੰਦਰ ਮੂਰਤੀ ਸੰਕੇਤ ਹੈ, ਟਿੱਕਾ ਸੰਕੇਤ ਹੈ, ਬੈਲ ਸੰਕੇਤ ਹੈ। ਆਪਾਂ ਉਹਦੇ ਨਾਲ ਲਾਈਫ ਨਹੀਂ ਗੁਜ਼ਾਰਨੀ। ਇਹ ਨਹੀਂ ਕਿ ਆਪਾਂ ਪੂਰੀ ਜ਼ਿੰਦਗੀ ਮੂਰਤੀ ਪੂਜਾ ਕਰਨੀ ਹੈ, ਪੂਰੀ ਜ਼ਿੰਦਗੀ ਟੱਲ ਵਜਾਣੇ, ਪੂਰੀ ਜ਼ਿੰਦਗੀ ਜੋਤ ਬੱਤੀ, ਉਹ ਨਹੀਂ। ਉਹ ਇੱਕ ਟਾਈਮ ਟੇਬਲ ਹੈ। ਇੱਕ ਜਿਵੇਂ ਕਿ ਹੁਣ ਇੱਕ ਬੱਚਾ ਆ, ਹੁਣ ਇੱਕ ਬੱਚੇ ਨੂੰ ਤੁਸੀਂ ਸਿੱਧੀ +2 ਦੀ ਕਿਤਾਬਾਂ ਪਕੜਾ ਦੋਗੇ ਤਾਂ ਮੂਰਖ ਕੌਣ ਹੋਇਆ? ਬੱਚਾ ਕਾ ਸੀ। ਹੁਣ ਇਕਬਾਲ ਸਿੰਘ ਉਹ ਚੀਜ਼ ਚਾਹੁੰਦਾ ਆ ਕਿ ਜਿਹੜੇ ਨਵੀਂ ਜਨਰੇਸ਼ਨ ਹੈ, ਜਿਹਨੇ ਕਦੇ ਗੁਰੂ ਗੋਬਿੰਦ ਸਿੰਘ ਦਾ, ਜਿਹਨਾਂ ਨੂੰ ਪੂਰੀ ਫੈਮਿਲੀ ਦਾ ਨਾਮ ਨਹੀਂ ਪਤਾ, ਤੁਸੀਂ ਉਹਨੂੰ ਬ੍ਰਹਮ ਗਿਆਨ ਦੀ ਗੱਲ ਕਿੱਥਾ ਸਿਖਾ ਦੋਗੇ? ਉਹ ਚਾਹੁੰਦਾ ਕਿ ਡਾਇਰੈਕਟ ਹੀ ਸਾਰਿਆਂ ਨੂੰ ਕੀਤਾ ਜਾਵੇ ਨਾ। ਇੱਕ ਸਿਸਟਮ ਬਣਿਆ ਹੋਇਆ ਆ। ਆਪਾਂ ਮੂਰਤੀ ਨਾਲ ਨਹੀਂ ਜੁੜਨਾ। ਮੂਰਤੀ ਸਾਨੂੰ ਸੰਕੇਤ ਕਿਆ ਦੇ ਰਹੀ ਹੈ, ਉਹਦੇ ਨਾਲ ਜੁੜਨਾ ਆ। ਸਾਡੇ ਦਿਲ ਰੂਪੀ ਪੱਥਰ ਆ, ਇਹਨੂੰ ਤਰਾਸ਼ੋ, ਇਹਦੇ ਅੰਦਰ ਫਾਲਤੂ ਟੁਕੜੇ ਕੱਢ ਦੋ। ਇਹਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮੂਰਤੀ ਤੁਹਾਡੇ ਅੰਦਰ ਬੈਠੀ ਹੈ, ਠੀਕ ਹੈ ਨਾ। ਉਹ ਅਮੂਰਤ ਹੈ, ਉਹ ਤੁਹਾਡੇ ਅੰਦਰ ਬੈਠਿਆ। ਯਾਨੀ ਕਿ ਇਸ ਰੂਪ ਦੇ ਵਿੱਚ ਪੂਜਾ ਨੂੰ ਉਵੇਂ ਆਪਾਂ ਮਾਨਤਾ ਨਹੀਂ ਦੇ ਸਕਦੇ। ਮਾਨਤਾ ਨਹੀਂ ਦੇ ਸਕਦੇ। ਉਹ ਉਹਨਾਂ ਦਾ ਧਰਮ ਹੈ, ਉਹ ਸਨਾਤਨ ਧਰਮ ਹੈ, ਉਹ ਉਹਨਾਂ ਦੀ ਭਾਵਨਾ ਆ। ਆਪਾਂ ਉਹਨਾਂ ਦੀ ਭਾਵਨਾ ਦੀ ਕਦਰ ਕਰਨੀ ਹੈ, ਨਾ ਕਿ ਉਹਨਾਂ ਨੂੰ ਆਪਾਂ ਵਿਰੋਧ ਕਰਨਾ ਹੈ। ਸਿੱਖ ਤੁਸੀਂ 750 ਸਾਲ 'ਚ ਦਿਖਾਓ ਕਦੇ ਕੋਈ ਪੀਰ ਦੀ ਸਮਾਧ ਢਾਈ ਕਿਸੇ ਸਿੱਖ ਨੇ? 700 ਸਾਲ ਦੇ ਅੰਦਰ ਕਦੇ ਕਿਸੇ ਪੀਰ ਦੀ ਸਮਾਧ ਢਾਈ? ਤੁਸੀਂ ਦੱਸੋ ਤੁਹਾਡੀ ਹਿਸਟਰੀ ਦੇ ਅੰਦਰ ਆਈ ਕੋਈ? ਜੀ ਪਹਿਲਾਂ ਤਾਂ ਨਹੀਂ ਢਾਈ, ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਆਉਂਦਾ, ਕਿਤੇ ਦਰਗਾਹਾਂ ਤੇ ਜਾ ਕੇ, ਕਿਤੇ ਕਬਰਾਂ ਦੇ ਉੱਤੇ ਛੁਰੇ ਮਾਰੇ ਜਾ ਰਹੇ ਨੇ। ਕਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਤਕੜੇ ਆ ਜਿਹੜੇ ਛੁਰੇ ਮਾਰ ਰਹੇ ਕਬਰਾਂ ਤੇ? ਤਕੜੇ ਨੇ ਇਹ? ਬਾਬਾ ਬੰਦਾ ਸਿੰਘ ਬਹਾਦਰ ਤੋਂ ਤਾਂ ਨਹੀਂ ਤਕੜੇ ਹੋਏ, ਬਾਬਾ ਦੀਪ ਸਿੰਘ ਤੋਂ ਤਕੜੇ ਤਾਂ ਨਹੀਂ ਹੋਏ। ਫਿਰ ਉਹਨਾਂ ਨੂੰ ਨਹੀਂ ਪਤਾ ਸੀਗਾ ਪੀਰ ਦੀ ਸਮਾਧ ਇੱਥੇ ਢਾਣੀ ਹੈ। ਦਾਦੂਵਾਲ ਗਏ ਸੀ ਮਹਾਰਾਜ, ਉੱਥੇ ਪੀਰ ਦੀ ਸਮਾਧ ਤੇ ਉਹ ਸਿੰਘ ਚਾਹੁੰਦੇ ਢਾ ਸਕਦੇ ਸੀ, ਕਿਉਂ ਨਹੀਂ ਢਾਈ? ਠੀਕ ਹੈ ਨਾ। ਸੋ ਜਾਣੀ ਕਿ ਜਿਹੜੇ ਭਾਵੇਂ ਉਹ ਸਿੱਖ ਨੌਜਵਾਨ ਹੀ ਨੇ, ਜਿਹੜੇ ਅਜਿਹੇ ਕੰਮ ਕਰ ਰਹੇ ਆ, ਉਹਨਾਂ ਨੂੰ ਰੋਕਣਾ ਚਾਹੀਦਾ। ਉਹਨਾਂ ਦਾ ਨਿਜੀਵਨ ਕੀ ਹੈ? ਕਿਆ ਕਦੇ ਉਹਨਾਂ ਨੇ ਸਹਿਜ ਪਾਠ ਕਰਿਆ ਜ਼ਿੰਦਗੀ 'ਚ? ਕਿਆ ਉਹਨਾਂ ਨੇ 100 ਪਾਠ ਕਰਿਆ ਜਪਜੀ ਸਾਹਿਬ ਦਾ? ਅਧਿਆਤਮਿਕ ਜੀਵਨ ਗਿਆ ਕਦੇ ਕੋਈ ਉਹਨਾਂ ਵਿੱਚ ਤੋਂ ਕਥਾ ਕਰਦੇ ਦੇਖਿਆ ਤੁਹਾਨੂੰ? ਕਦੇ ਦੇਖਿਆ ਕਿਸੇ ਨੇ ਜਪਜੀ ਸਾਹਿਬ ਦੀ ਕਥਾ ਕੀਤੀ ਹੋਵੇ, ਕਿਸੇ ਨੇ ਜਾਪ ਸਾਹਿਬ ਦੇ ਅਰਥ ਕਰੇ ਹੋਣ? ਨਹੀਂ। ਬਸ ਇੱਕ ਬਾਣਾ ਚਾਹੀਦਾ ਤੁਹਾਨੂੰ। ਕਿਆ ਕਿੰਨੇ ਦਾ ਖਰਚਾ? ਤੁਸੀਂ ਆਪਣਾ ਨਾਮ ਬਣਾ, ਤੁਹਾਨੂੰ ਨਾਮ ਬਣਨ ਕਿਆ ਚਾਹੀਦਾ ਆ? 1000 ਰੁਪਏ ਦਾ ਤੁਹਾਨੂੰ ਡਰੈਸ ਚਾਹੀਦੀ ਹੈ, ਕਿਤੋਂ ਮਿਲ ਜੇਗੀ। ਦਸਤਾਰ ਬੰਨਣੀ ਸਿੱਖ ਲਓ, ਠੀਕ ਹੈ ਨਾ। ਕਿਰਪਾਨ ਹੱਥ 'ਚ ਕਿਤੋਂ ਮਿਲ ਜੇਗੀ ਤੁਹਾਨੂੰ, ਬਸ ਤੁਸੀਂ ਸਿੱਖੋ। ਐਦਾਂ ਥੋੜ੍ਹਾ ਸਿੱਖ ਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰੀ ਵਿਦਿਆ ਸਿਖਾਈ, ਗੁਰਬਾਣੀ ਦੀ ਸੰਥਿਆ ਦਿੱਤੀ, ਗੁਰਬਾਣੀ ਵਿੱਚ ਲੀਨ ਕੀਤਾ, ਉਸ ਤੋਂ ਬਾਅਦ ਅੰਮ੍ਰਿਤ ਛਕਾਇਆ ਜੀ। ਇਹੀ ਨਿਯਮ ਹੈ ਅੰਮ੍ਰਿਤ ਛਕਾਉਣ ਦਾ। ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ, ਭਾਰਤ ਦੇ ਝੰਡੇ ਦਾ ਵਿਦੇਸ਼ਾਂ ਦੇ ਵਿੱਚ ਝੰਡਾ ਤਾਰ ਦਿੱਤਾ ਗਿਆ, ਜਾਂ ਹੋਰ ਕਈ ਵੱਖਵਾਦੀ ਗੱਲਾਂ ਚਰਚਿਤ ਨੇ, ਜਿਨ੍ਹਾਂ ਉੱਤੇ ਕਈ ਸਾਰੇ ਲੋਕ ਬੋਲੇ ਨੇ ਕਿ ਇਹ ਉਲਟਾ, ਉਦਾਹਰਨ ਦੇ ਤੌਰ ਤੇ ਰਣਜੀਤ ਸਿੰਘ ਕੁੱਕੀਗਿੱਲ ਜੀ ਉਹ ਬੋਲੇ ਨੇ ਕਿ ਇਹ ਲੋਕ ਸਿੱਖਾਂ ਦੀ ਛਵੀ ਖਰਾਬ ਕਰ ਰਹੇ ਨੇ, ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਿੱਖੀ ਬੜਾ ਵੱਡਾ ਸੰਕਲਪ ਹੈ, ਬੜੀ ਵੱਡੀ ਉਹਦੀ ਸੋਚ ਹੈ। ਇਹ ਕੰਮ ਕਰਕੇ ਸਿਰਫ ਸਿੱਖੀ ਦਾ ਘਾਣ ਹੋ ਰਿਹਾ, ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਗੱਲ ਤਾਂ ਬਿਲਕੁਲ ਸਹੀ ਹੈ, ਉਹ ਤਾਂ ਸਿੱਖੀ ਦਾ ਹੀ ਘਾਣ ਰਿਹਾ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਹੁਣ ਅੱਜ ਮੈਂ ਖਾਲਿਸਤਾਨ ਦੀ ਗੱਲ ਕਰਦਾ ਵਾਂ, ਮੈਨੂੰ ਪੁਲਿਸ ਲੈ ਜਾਏਗੀ ਚੱਕ ਕੇ, ਕਿਸੇ ਨੇ ਪਰਚਾ ਹੋ ਗਿਆ ਮੇਰਾ, ਕਿਸੇ ਨੇ ਜ਼ਮਾਨਤ ਬਾਅਦ ਮਿਲਣ ਮੁਲਾਕਾਤ ਤੇ ਵੀ ਨਹੀਂ ਆਣਾ। ਫਿਰ ਇਹ ਲੋਕ ਕੌਣ ਨੇ ਜੋ ਇਹ ਕਨਸੈਪਟ ਤੋੜ ਰਹੇ ਨੇ? ਜਾਂ ਇਹ ਲੋਕ RSS ਦੀਆਂ 168 ਏਜੰਸੀਆਂ ਨੇ। RSS ਨੂੰ ਕੋਈ ਛੋਟੇ ਮੋਟੇ ਲੈਵਲ ਦਾ ਨਾ ਸਮਝੋ। RSS ਬਹੁਤ ਬੜੀ ਏਜੰਸੀ ਹੈ। ਇੱਕ HSS ਹੈ। ਇਹ ਸਾਰੀ ਉਹਨਾਂ ਦੀ ਸਾਜ਼ਿਸ਼ ਹੈ। ਖਾਲਿਸਤਾਨ ਦਾ ਕਨਸੈਪਟ ਜ਼ੀਰੋ ਹੈ, ਕੋਈ ਕਨਸੈਪਟ ਨਹੀਂ, ਕੋਈ ਕਨਸੈਪਟ ਹੀ ਨਹੀਂ ਹੈ। ਦੇਖੋ ਜਰਨੈਲ ਪਿੰਡਰਾਂ ਨੂੰ ਆਪਾਂ ਸਾਰੇ ਜਾਣਦੇ ਮਹਾਂਪੁਰਸ਼ਾਂ ਨੂੰ ਜੀ। 18 ਮਤੇ 'ਚ ਕਿ ਖਾਲਿਸਤਾਨ ਹੈ ਜੀ। ਦੇਖਿਆ ਤੁਸੀਂ ਪੜ੍ਹੇ? ਉਹ ਲਿਖ ਸਕਦੇ ਕਿ ਨਹੀਂ ਲਿਖ ਸਕਦੇ ਸੀ? ਨਹੀਂ ਹੈ। ਉਹਨਾਂ ਨੇ ਇੱਕ ਗੱਲ ਕਹੀ, ਅਗਰ ਖਾਲਿਸਤਾਨ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਮਿਲਿਆ ਤਾਂ ਵੀ ਠੀਕ ਹੈ। ਜ਼ੁਬਾਨੀ ਆਖੀ ਹੋਈ ਗੱਲ, ਇਹ ਗੱਲ ਉਹਨਾਂ ਦੀ ਹੈਗੀ ਆ। ਬਾਕੀ ਉਹਨਾਂ ਦੇ ਬਿਆਨ ਪੇਸ਼ ਕਰੀ ਜਾਂਦੀ ਹੈ ਸਾਰੀ ਮੀਡੀਆ, ਖਾਲਿਸਤਾਨ ਵਾਲੇ ਕਿ ਹਾਂ ਜੀ ਉਹ ਕਹਿੰਦੇ ਆ ਜੀ ਜਦੋਂ ਇਸ ਧਰਤੀ ਤੇ ਅਟੈਕ ਹੋ ਗਿਆ ਤਾਂ ਉਰੇ ਫਿਰ ਖਾਲਿਸਤਾਨ ਦੀ ਨੀਂਹ ਉਦੋਂ ਰੱਖੀ ਜਾਏਗੀ। ਇਹੀ ਉਹਨਾਂ ਨੇ ਕਿਹਾ ਨਾ। ਹੁਣ
ਅੱਜ ਕੱਲ AI ਦਾ ਜ਼ਮਾਨਾ ਆ, ਆਰਟੀਫੀਸ਼ੀਅਲ ਏਜੰਸੀ, ਕਿਸੇ ਦੀ ਆਵਾਜ਼ ਤੁਸੀਂ ਡੱਬ ਕਰ ਸਕਦੇ ਹੋ ਜੀ ਬਿਲਕੁਲ, ਉਹ ਤਾਂ ਕੋਈ ਵੱਡੀ ਗੱਲ ਨਹੀਂ। ਵਰਲਡ ਦੇ ਅੰਦਰ ਐਸੇ ਗੈਜਟ ਬਣ ਗਏ ਆ ਜਿਹੜੇ ਹੁਣ ਤੱਕ ਡੀਕੋਡ ਹੀ ਨਹੀਂ ਹੋਏ। ਐਸੇ ਟਰਾਂਸਮੀਟਰ, ਐਸੀ GPS, ਐਸੇ ਟੈਕਨੋਲੋਜੀ ਆ ਚੁੱਕੀ ਹੈ ਜਿਹੜੀ ਹੁਣ ਤੱਕ ਪਬਲਿਕਲੀ ਓਪਨ ਹੋਈ ਨਹੀਂ ਹੈਗੀ। ਤੁਸੀਂ ਸੰਤਾਂ ਦੀ ਗੱਲ ਕੀਤੀ, ਪਿੰਡਾਂ ਵਾਲਿਆਂ ਦੀ ਗੱਲ ਕੀਤੀ। ਹਾਲ ਹੀ ਦੇ ਵਿੱਚ ਇੱਕ ਨੌਜਵਾਨ ਨੂੰ ਬੜਾ ਰਲਾਇਆ ਗਿਆ, ਬੜੀ ਚਰਚਾ ਹੋਈ, ਅੰਮ੍ਰਿਤਪਾਲ ਹੋਣਾ ਦੀ ਗੱਲ ਕਰ ਰਿਹਾ ਮੈਂ। ਅੰਮ੍ਰਿਤਪਾਲ ਕਹਿੰਦੇ ਸੀ ਸਿਰ ਦਿਓ, ਤੇ ਇਹ ਜੋ ਸਿਰ ਮੰਗਿਆ ਗਿਆ ਉਹਨਾਂ ਵੱਲੋਂ ਜਾਂ ਜੋ ਕੁਝ ਹੋਇਆ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ, ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੀ ਜੋ ਮੰਗ ਸੀ, ਜੋ ਉਹਨਾਂ ਦਾ ਕਾਰਗੁਜ਼ਾਰੀ ਸੀ, ਉਹ ਕੀ ਸਹੀ ਸੀ? ਮੰਗਾਂ ਤਾਂ ਉਹਨਾਂ ਦੀ ਸਹੀ ਸੀਗੀਆਂ, ਪਰ ਉਹਨਾਂ ਦਾ ਮੇਨ ਮੰਗ ਖਾਲਿਸਤਾਨੀ ਸੀ। ਨਹੀਂ, ਜਿਹੜੀ ਗਰੀਬ ਦੀ ਕੋਈ ਅੰਮ੍ਰਿਤ ਛਕਾਉਣ ਦੀ ਗੱਲ ਸਹੀ ਹੈ, ਕਰਨੀ ਚਾਹੀਦੀ ਬੰਦੇ ਨੂੰ ਜੀ, ਪਰ ਇਹੋ ਜੀ ਵੀ ਗੱਲ ਨਾ ਕਰੋ ਕਿ ਮੁੜ ਕੇ ਅੰਮ੍ਰਿਤ ਛਕਣ ਨੂੰ ਵੀ ਲੋਕ ਡਰਨ। ਗੱਲ ਐਦਾਂ ਦੇਖੋ, ਅੰਮ੍ਰਿਤਪਾਲ ਬਾਰੇ ਹੁਣ ਮੈਂ ਕੁਝ ਬੋਲ ਨਹੀਂ ਸਕਦਾ ਕਿਉਂਕਿ ਪਹਿਲਾਂ ਜਦੋਂ ਸਾਹਮਣੇ ਸੀਗਾ ਮੈਂ ਉਹਦੇ ਮੂੰਹ ਪਰ ਹੀ ਬੋਲੀਆਂ ਹੋਈਆਂ ਸਾਰੀਆਂ ਗੱਲਾਂ, ਮੇਰੀ ਇੰਟਰਵਿਊ ਤੇ ਤੱਕ ਪਹੁੰਚੀਆਂ ਹੋਈਆਂ ਜੀ। ਹੁਣ ਜਦੋਂ ਬਾਹਰ ਆਏਗਾ ਉਹਨੂੰ ਪਹਿਲੇ ਮੁਲਾਕਾਤ ਮੇਰੇ ਨਾਲ ਹੀ ਹੋਣੀ ਉਹਦੀ ਜੀ, ਉਹਦੇ ਨਾਲੋਂ ਜ਼ਿਆਦਾ ਵੇਟ ਮੈਂ ਉਹਦੀ ਕਰ ਰਿਹਾ ਕਿਉਂਕਿ ਉਹਨੇ ਸਿੱਖੀ ਨੂੰ ਦਾਗ ਲਾਇਆ ਤੇ ਸਿੱਖੀ ਦਾ ਦਾਗ ਧੋਣ ਵਾਸਤੇ ਹੁਣ ਅਸੀਂ ਆਏ ਹੋਏ ਹਾਂ। ਅਸੀਂ ਮੈਦਾਨ ਵਿੱਚ ਉਤਰ ਚੁੱਕੇ ਹਾਂ, ਕੱਲੇ ਪਿੰਡ 'ਚ ਜਾ ਕੇ ਅਸੀਂ ਚੰਗੇ ਨੌਜਵਾਨ। ਮੈਨੂੰ ਭੀੜ ਨਹੀਂ ਚਾਹੀਦੀ। ਭੀੜ ਦਾ ਮਤਲਬ ਕੀ ਹੈ? ਉਹ ਲੱਖ ਬੰਦਾ ਇਕੱਠਾ ਨਹੀਂ ਚਾਹੀਦਾ ਮੈਨੂੰ, ਜਿਹੜਾ ਹਾਂ ਜੀ ਪੱਥਰਵਾਜ ਨਹੀਂ ਚਾਹੀਦਾ ਮੈਨੂੰ। ਪੱਥਰ ਆਪਾਂ ਕਸ਼ਮੀਰ ਤੋਂ ਆਏ ਹੋ, ਪੱਥਰ ਮਾਰਨ ਲੱਗ ਗਏ ਹੈ? ਪੱਥਰਵਾਜ ਨਹੀਂ ਸਾਨੂੰ ਚਾਹੀਦਾ ਕਿ ਹਾਂ ਜੀ ਪੱਥਰਵਾਜ ਜਾਂ ਜਿੰਦਾਬਾਦ ਜਾਂ ਮੁਰਦਾਬਾਦ, ਇਹ ਨਹੀਂ ਕਰਨ ਵਾਲੇ ਚਾਹੀਦੇ ਮੈਨੂੰ ਚਾਹੀਦੇ ਆ ਬ੍ਰਹਮਚਾਰੀ। ਮਾਸਟਰਬੇਸ਼ਨ ਪਤਾ ਨਾ ਤੁਹਾਨੂੰ, ਹਸਤਮੈਥ ਜੀ, ਜਿਹੜੇ ਉਹ ਕਰਦੇ ਨੇ ਨਾ ਨਿਆਣੇ, ਉਹ ਮੇਰੇ ਤੋਂ ਦੂਰ ਹੀ ਰਹਿਣ। ਮਰਦ ਮੇਰੇ ਕੋਲ ਆਣ ਕਿਉਂਕਿ ਮੈਂ ਮਰਦ ਦਾ ਮੁੰਡਾ ਆ। ਵਾਹੋ ਪ੍ਰਗਟਿਓ ਮਰਦ ਦਾ ਗੰਮੜਾ, ਵਰਿਆਮ ਅਕੇਲਾ, ਮੈਂ ਉਹਦਾ ਪੁੱਤ ਆ। ਤਾਂ ਉਹੋ ਜਿਹੇ ਬੱਚੇ ਮੇਰੇ ਕੋਲ ਆਣਗੇ, ਉਹ ਮੇਰੀ ਫੌਜ ਵਿੱਚ ਘੱਟ ਹੋਣਗੇ ਗਿਣਤੀ, ਪਰ ਉਹ 1.25 ਲੱਖ ਦੇ ਬਰਾਬਰ ਹੋਊਗਾ। ਐਦਾਂ ਦੇ ਮੈਂ ਝੱਲੇਬਾਜ਼ ਮੰਦਬੁੱਧੀ ਥੋੜਾ ਨਾ ਪਿੱਛੇ ਲਾਉਂਗਾ ਆਪਣੇ ਯਾਰ, ਹੈਨਾ? ਜਿਹੜੇ ਦੌੜਦੇ ਵੇਲੇ ਅੰਮ੍ਰਿਤਪਾਲ ਦੀ ਫੌਜ ਮੰਦਬੁੱਧੀਆਂ ਦੀ ਸੀ, ਯਾਨੀ ਕਿ ਸਿੱਖੀ ਤੋਂ ਦੂਰ ਸੀ। ਜਿਹੜੇ ਉਹ ਫੋਲੋਵਰਸ ਹੈ ਵੀਰ ਜੀ, ਉਹ ਵੀ ਮੰਦਬੁੱਧੀ ਹੀ ਨੇ ਹੁਣ ਵੀ। ਉਹਨਾਂ ਵਿੱਚੋਂ ਕੋਈ ਇੱਕ ਦਿਖਾ ਦਿਓ ਕਿਹੜਾ ਪਾਠ ਕਰ ਰਿਹਾ ਆ, ਕੋਈ ਇੱਕ ਦਿਖਾ ਦਿਓ। ਉਹ ਅੱਜ ਤੱਕ ਕੋਈ ਜੰਗ ਜਿੱਤੀ ਨਹੀਂ ਗਈ ਬਿਨਾਂ ਨਿਤਨੇਮ ਤੋਂ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਤਲਵਾਰਾਂ ਚੱਲ ਰਹੀਆਂ, ਮਹਾਰਾਜ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ। ਮੈਂ ਤਾਂ ਉਸ ਕੀਰਤਨ ਨੂੰ, ਆਸਾ ਦੀ ਵਾਰ ਦਾ ਕੀਰਤਨ ਹੀ ਮੰਨਦਾ ਤੇ ਹਰ ਕੀਰਤਨ ਦਾ ਸਤਿਕਾਰ ਕਰਦਾ ਵਾਂ, ਪਰ ਅਸਲੀ ਕੀਰਤਨ ਇਹ ਹੋਏ ਜਿਹੜੇ ਉੱਥੇ ਜੰਗ ਚੱਲਦੀ, ਗੋਲਿਆਂ ਬਾਰੂਦ ਚੱਲਦਾ ਹੋਵੇ, ਜਿਵੇਂ ਭਾਈ ਨਿਰਮਲ ਸਿੰਘ ਜੀ ਹੋਏ ਨੇ। ਉਹਨਾਂ ਨੂੰ ਯਾਦ ਕਰਨ ਦਾ ਇਸ ਟਾਈਮ ਸਾਡਾ ਬਣਦਾ ਆ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਹਜਰੀ ਰਾਗੀ, ਉਧਰੋਂ ਕੀਰਤਨ ਨਹੀਂ ਛੱਡਿਆ ਉਹਨਾਂ ਨੇ। ਗਿਆਨੀ ਠਾਕਰ ਸਿੰਘ ਜੀ ਵੀ ਸਾਈਡ ਤੇ ਬੈਠੇ ਸੀਗੇ, ਸਾਈਡ ਰਾਗੀ, ਉਹ ਵੀ ਉਹਨਾਂ ਨੇ ਕੀਰਤਨ ਨਹੀਂ ਛੱਡਿਆ। ਉੱਥੇ ਕੀਰਤਨ ਕਰਦੇ ਰਹੇ ਉਹ ਅਸਲੀ ਕੀਰਤਨੀ ਹੈ, ਠੀਕ ਹੈ ਨਾ, ਜਿਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਹੁਣ ਅੱਜ ਗਿਆਨੀ ਠਾਕਰ ਸਿੰਘ ਜੀ ਨੂੰ ਤੁਸੀਂ ਕੋਈ ਨਹੀਂ ਸੁਣਦਾ, ਹਨਾ? ਸਾਰੇ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ, ਹਨਾ? ਉਹ ਬ੍ਰਹਮ ਗਿਆਨੀ ਪੁਰਸ਼ ਆ ਉਹ, ਠੀਕ ਹੈ ਨਾ? ਉਹ ਉਹਨਾਂ ਦੇ ਕੋਲ ਗਿਆਨ ਇੰਨਾ ਆ ਕਿ ਜੇ ਉਹਨਾਂ ਦੀ ਗੱਲ ਨੂੰ ਸਹੀ ਤਰੀਕੇ ਨਾਲ ਲੋਕਾਂ 'ਚ ਪਹੁੰਚਾਇਆ ਜਾਵੇ ਤਾਂ ਇਹ ਬੇਅਦਬੀਆਂ ਹੋ ਹੀ ਨਹੀਂ ਸਕਦੀਆਂ, ਕਦੇ ਵੀ ਨਹੀਂ ਹੋ ਸਕਦੀਆਂ। ਸਿੱਖਾਂ ਦੇ ਅੰਦਰ ਤੁਸੀਂ ਭਾਵਨਾ ਹੀ ਖਤਮ ਕਰਤੀ। ਹੁਣ ਜਿਹੜਾ ਬੰਦਾ ਮੱਥਾ ਟੇਕਣ ਜਾਂਦਾ ਉਹ ਐਂ ਸੋਚਦਾ ਯਾਰ ਹੈ ਤਾਂ ਲੋਕ ਸਹੀ ਕਹਿ ਰਹੇ, ਕਿਤਾਬ ਹੀ ਲੱਗਦੀ ਹੈ, ਸਾਡੀ ਕਿਹੜਾ ਇੱਛਾ ਪੂਰੀਆਂ ਹੁੰਦੀਆਂ। ਬੰਦੇ ਦੇ ਮਨ 'ਚ ਆ ਰਹੀ ਨਾ ਗੱਲਾਂ ਇਹ। ਕਈ ਲੋਕ ਮੈਨੂੰ ਮਿਲਦੇ ਨੇ ਜਿਨ੍ਹਾਂ ਦੀ ਸ਼ਰਧਾ ਟੁੱਟ ਰਹੀ ਹੈ, ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਹੈ, ਜਿਹੜਾ ਇਹ ਚਾਹੁੰਦਾ ਨਾ ਕਿ ਉੱਥੇ 10ਵੇਂ ਪਾਤਸ਼ਾਹ ਦੇ ਦਰਸ਼ਨ ਹੋਣ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ, ਤਾਂ ਉਹਨਾਂ ਨੂੰ ਨਿਤਨੇ 25 ਪਾਠ ਦਾ ਜਪਜੀ ਸਾਹਿਬ ਦੇ ਕਰਨੇ ਹੀ ਕਰਨੇ ਨੇ। ਇਹ ਨਿਯਮ ਹੈ, ਤੁਸੀਂ ਆਪ ਕਰਕੇ ਦੇਖ ਲਓ। ਨੌਜਵਾਨੀ ਅੱਜ ਲੀਡਰ ਕਿਹਨੂੰ ਮੰਨੇ? ਕਿਉਂਕਿ ਬੜੇ ਚਿਹਰੇ ਆਏ, ਦੀਪ ਸਿੱਧੂ ਪਹਿਲਾਂ ਲੀਡਰ ਬਣਾਇਆ ਗਿਆ, ਫਿਰ ਅੰਮ੍ਰਿਤਪਾਲ ਲੀਡਰ ਬਣਾਇਆ ਗਿਆ। ਇਹ ਨੌਜਵਾਨਾਂ ਨੂੰ ਐਡੀ ਛੇਤੀ ਲੋਕ ਐਕਸੈਪਟ ਵੀ ਕਰ ਰਹੇ ਆ, ਇਹਨਾਂ ਦੇ ਮਗਰ ਦੁਨੀਆ ਤੁਰ ਵੀ ਪਈ। ਇਸ ਪ੍ਰੋਸੈਸ ਨੂੰ ਕਿਵੇਂ ਦੇਖਦੇ ਹੋ? ਜਿਹੜਾ ਕਿ ਵੈਕਿਊਮ ਆ, ਲੀਡਰ ਮੰਗਦਾ ਨੌਜਵਾਨ ਇਸ ਵੇਲੇ। ਪੂਰਾ ਮੀਡੀਆ ਨਾ, ਇਹ ਪੂਰਾ ਮੀਡੀਆ ਇਹ ਕਿਸੇ ਇੱਕ ਸ਼ਖਸ ਦੇ ਕੰਟਰੋਲ 'ਚ ਚੱਲ ਰਿਹਾ। ਤੁਹਾਡੇ ਜਿਹੜੇ ਸੀਨੀਅਰਸ ਹੈ ਉਹ ਤੁਹਾਨੂੰ ਤਾਂ ਸੈਲਰੀ ਦੇਣਗੇ ਜੇ ਤੁਸੀਂ ਉਹਨਾਂ ਦੇ ਜੋ ਉਹਨਾਂ ਨੇ ਤੁਹਾਨੂੰ ਵਿਸ਼ਾ ਦਿੱਤਾ ਉਹਨਾਂ ਦੇ ਉੱਪਰ ਤੁਸੀਂ ਡਿਬੇਟ ਲੈ ਕੇ ਆਓਗੇ। ਨਹੀਂ ਤੁਹਾਨੂੰ ਕੋਈ ਪੈਸਾ ਨਹੀਂ ਕੋਈ ਚਾਰਜ ਨਹੀਂ। ਕਲੀਅਰ ਹੈ ਨਾ ਗੱਲ? ਸੱਚਾਈ ਹੈ ਨਾ? ਇਹਨੂੰ ਤੁਸੀਂ ਝੁਠਲਾ ਨਹੀਂ ਸਕਦੇ। ਹੁਣ ਜਿਹੜੀ ਗਾਈਡਲਾਈਨ YouTube ਦੇ, ਤੁਸੀਂ Facebook ਤੇ ਤੁਸੀਂ ਉਹਨੂੰ ਫੋਲੋ ਕਰੋਗੇ। ਹੁਣ Facebook ਕਿਹਦੀ ਹੈ? ਇਲੂਮੀਨਾਟੀ ਦੀ। ਸੁਣਿਆ ਇਲੂਮੀਨਾਟੀ ਦਾ ਨਾਮ? ਜੀ। ਇਲੂਮੀਨਾਟੀ ਦੀ। ਹੁਣ ਜਿਹੜਾ ਇਸ ਟਾਈਮ ਨਿਊ ਵਰਲਡ ਆਰਡਰ ਚੱਲਿਆ ਹੋਇਆ ਸਾਰੇ ਪਾਸੇ, ਨਿਊ ਵਰਲਡ ਆਰਡਰ ਦੇ ਅੰਦਰ 6ਵਾਂ ਕਾਨੂੰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨਾ। ਕਦੇ ਮੋਦੀ ਨੇ ਚਾਨਣਾ ਪਾਇਆ ਸਾਨੂੰ? ਉਹਨੇ ਤਾਂ ਪਾर्लियामेंट 'ਚ ਇਹ कहता मैं न्यू वर्ल्ड ऑर्डर करने जा रहा हूँ, सभी को देशों को इसको मानना चाहिए, है ना? ਉਹ ਨਿਊ ਵਰਲਡ ਆਰਡਰ ਦੇ ਕਾਨੂੰਨ ਕਿਹੜੇ ਕਿਸੇ ਨੇ ਉਹਨੂੰ ਓਪਨ ਨਹੀਂ ਕੀਤਾ। ਤੁਹਾਨੂੰ ਮੈਂ ਬਹੁਤ ਜਲਦੀ ਸਾਰੇ ਕਾਨੂੰਨ ਲੈ ਕੇ ਆਵਾਂ। 666 ਕਾਨੂੰਨ ਹੈ ਨਿਊ ਵਰਲਡ। ਕਈ ਕਹਿੰਦੇ ਸਿਰਫ ਕਨਸਪੀਰੇਸੀ ਥਿਊਰੀਜ਼ ਆ, ਇਹ ਜਾਂ ਕੁਝ ਨਹੀਂ। ਅੱਜ ਤੱਕ ਦੇਖੋ ਕੋਈ ਵੀ ਲੀਡਰ ਹੈ ਨਾ, ਕੋਈ ਪ੍ਰਧਾਨ ਮੰਤਰੀ, ਕੋਈ ਨੇਤਾ ਜਦੋਂ ਬੋਲਦਾ ਨਾ, ਉਹਨੂੰ ਬੜੇ ਧਿਆਨ ਨਾਲ ਸੁਣਿਆ ਕਰੋ। ਮੈਂ ਬੜੇ ਧਿਆਨ ਨਾਲ ਸੁਣਦਾ ਕਿਉਂਕਿ ਮੈਨੂੰ ਕੱਲਾ ਸ਼ਬਦ ਮੈਂ ਤੋਂ ਡਿਕੋਡ ਕਰਦਾ ਵਾਂ, ਕੱਲਾ ਸ਼ਬਦ ਡਿਕੋਡ ਕਰਦਾ। ਭਗਵੰਤ ਮਾਨ ਪਹਿਲਾਂ ਕਹਿੰਦਾ ਸੀ ਨਾ, ਕਹਿੰਦਾ ਜੋ ਲੀਡਰ ਬੋਲਦੇ ਝੂਠ ਹੁੰਦਾ, ਉਹਨੇ ਗੱਲਾਂ ਨਾ ਮੰਨੋ। ਉਹੀ ਕੰਮ ਉਹ ਆਪ ਕਰ ਰਿਹਾ।
ਉਹੀ ਕੰਮ ਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਤੁਸੀਂ, ਜੋ ਕੁਝ ਹੁਣ ਹੋਇਆ ਨਵੀਂ ਸਰਕਾਰ ਮੈਂ ਤਾਂ ਕਿਸੇ ਵੀ ਸਰਕਾਰ ਤੋਂ ਕੁਝ ਨਹੀਂ ਹੈਗਾ, ਨਾ ਕਾਂਗਰਸ ਤੋਂ ਨਾ ਆਮ ਆਦਮੀ ਪਾਰਟੀ ਤੋਂ, ਕਿ ਸਾਰੇ ਉਹਦੇ ਬੱਚੇ ਨੇ, ਸਾਰੇ ਇਹ ਸ਼ੈਤਾਨ ਦੇ ਬੱਚੇ ਨੇ। ਹੁਣ ਇਹਨਾਂ ਨੂੰ ਆਮ ਪਬਲਿਕ ਤੋਂ ਲੈਣਾ ਕੀ ਆ? ਲਤੀਫਪੁਰੇ ਦੇ ਕਿੰਨਾ ਕੁ ਖਰਚਾ ਆ, ਲਤੀਫਪੁਰੇ ਦੇ ਮਕਾਨ ਬਣਾਉਣ 'ਚ ਕਿੰਨਾ ਖਰਚਾ ਆ? ਉਹ ਮਕਾਨ ਬਣਾ ਕੇ ਦੇ ਸਕਦੇ ਆ, ਉਹਨਾਂ ਨੂੰ ਤਾਂ ਮਕਾਨ ਚਾਹੀਦਾ, ਜਿੱਥੇ ਮਰਜ਼ੀ ਦੇ ਦਿਓ, ਉਹੋ ਜਿਹਾ ਮਕਾਨ ਬਣਾ ਕੇ ਦੇ ਦਿਓ। ਕਿਆ ਸਰਕਾਰ ਦੇ ਨਹੀਂ ਸਕਦੀ? ਪਰ ਨਾ, ਵਿਵਾਦ, ਡਿਵਾਈਡ ਐਂਡ ਰੂਲ। ਜਿੰਨਾ ਰੌਲਾ ਪਾਊਂਗਾ, ਜਿੰਨਾ ਸਰਕਾਰ ਦੇ ਰੌਲੇ ਪੈਣਗੇ, ਜਿੰਨਾ ਹਰ ਪਾਸੇ ਟੈਨਸ਼ਨ ਫੈਲੇਗੀ, ਬੇਰੁਜ਼ਗਾਰੀ ਫੈਲੇਗੀ, ਭੁੱਖਮਰੀ ਫੈਲੇਗੀ, ਉਹਦੇ ਵਿੱਚ ਤੁਸੀਂ ਵਧੀਆ ਸ਼ਾਸਨ ਕਰ ਸਕਦੇ ਹੋ। ਜਦੋਂ ਸਾਰੀ ਸੰਗਤ ਇਕੱਠੀ ਹੋਣੀ ਸਟਾਰਟ ਹੋ ਗਈ, ਸਾਰੇ ਲੋਕ ਇਕਜੁੱਟ ਹੋਣੇ ਸਟਾਰਟ ਹੋ ਗਏ, ਸਾਰੀ ਦੀ ਸੋਚ ਇੱਕ ਜਿਹੀ ਹੋਣੀ ਸਟਾਰਟ ਹੋ ਗਈ, ਸਾਰਿਆਂ ਕੋਲ ਇੱਕੇ ਮੁੱਦੇ ਦੇ ਉੱਪਰ ਜ਼ੋਰ ਲਾਉਣ ਦਾ ਤਾਕਤ ਆ ਗਈ, ਉਦੋਂ ਸਰਕਾਰ ਖਤਮ ਹੋ ਜਾਏਗੀ ਜੀ। ਸਭ ਦੀਆਂ ਤਾਕਤਾਂ ਇਸ ਟਾਈਮ ਵੰਡੀਆਂ ਹੋਈਆਂ, ਡਿਵਾਈਡ ਕੀਤੀਆਂ ਹੋਈਆਂ ਆ। ਰੋਜ਼ ਨਵਾਂ ਮੁੱਦਾ, ਹੁਣ ਬਿਹਾਰੀਆਂ ਦਾ ਮੁੱਦਾ ਚੱਲ ਰਿਹਾ। ਜਦੋਂ ਅੰਮ੍ਰਿਤਪਾਲ ਸੀਗਾ ਉਦੋਂ ਬਿਹਾਰੀ ਕਿੱਥੇ ਗਏ ਹੋਏ ਸੀਗੇ ਜੀ? ਉਹਦੇ ਵੀ ਇੱਥੇ ਸੀਗਾ, ਹਨਾ। ਹੁਣ ਇੱਕ ਡੀਜੀਪੀ ਹੈ ਗੌਰਵ ਯਾਦਵ, ਲੋਕ ਕਹਿੰਦੇ ਬਿਹਾਰੀਆਂ ਨੂੰ ਕੱਢੋ, ਗਰੀਬਾਂ ਨੂੰ ਮਾਰਿਆ। ਉਹ ਡੀਜੀਪੀ ਗੌਰਵ ਯਾਦਵ ਨੂੰ ਕੋਈ ਹੱਥ ਲਾ ਕੇ ਦਿਖਾਵੇ ਵੀ ਤਾਂ ਬਿਹਾਰੀ ਹੈ। ਕਿੰਨੇ ਜੱਜ ਬੈਠੇ ਨੇ ਉਹਦੇ ਆਪਣਾ ਹਾਈ ਕੋਰਟ, ਸੁਪਰੀਮ ਕੋਰਟ, ਕਹਿੰਦੇ ਰੋਜ਼ਗਾਰ ਖਾ ਗਏ ਬਿਹਾਰੀ ਸਾਡਾ। ਵੀ ਯਾਰ ਬਿਹਾਰੀ ਨੇ ਕਿਹਾ ਰੋਜ਼, ਬਿਹਾਰੀ ਕੋਲ ਅਸੀਂ ਮੈਂ ਚੱਲ ਜਾਵਾਂ ਹੁਣੀ ਤੁਹਾਡੇ ਸਾਹਮਣੇ, ਤੁਸੀਂ ਮੇਰੇ ਨਾਲ ਚੱਲੋ, ਉਹ ਵਿਚਾਰੇ ਉਹਨਾਂ ਨੂੰ ਵਕਤ ਪੈ ਜਾਂਦਾ ਵੀ ਕਿਆ ਆ ਗਿਆ। ਸਰਦਾਰ ਆ, ਉਹ ਸਰਦਾਰਾਂ ਤੇ ਉਹ ਕਰਦੇ ਨੇ। ਹਾਂ, ਜਿਹੜੇ ਬਿਹਾਰੀ ਬਦਮਾਸ਼ੀ ਕਰਦੇ ਨੇ, ਜਿਵੇਂ ਹੁਣ ਪਟਨਾ ਸਾਹਿਬ ਦੇ ਅੰਦਰ, ਮੈਂ ਪਿਛਲੇ ਇੰਟਰਵਿਊ 'ਚ ਦਿੱਤੀ ਇਹ ਗੱਲ, ਹਾਂਜੀ, ਪਟਨਾ ਸਾਹਿਬ ਦੇ ਅੰਦਰ ਜਿਹੜੇ ਇਤਿਹਾਸਿਕ ਸਥਾਨਾਂ ਨੂੰ ਨਾ ਬਿਹਾਰੀਆਂ ਨੇ ਉੱਥੇ ਖੇਤੀ ਕਰਤੀ ਹੈ, ਉਹ ਸਥਾਨ ਆਜ਼ਾਦ ਕਰਾਣੇ ਨੇ ਹੁਣ ਅਸੀਂ। ਇਸੀ ਸਾਲ ਦੇ ਅੰਦਰ ਮੈਂ ਉੱਥੇ ਮੋਰਚਾ ਲਾਣਾ ਜਾ ਕੇ ਬਿਹਾਰ ਦੇ ਅੰਦਰ। ਉੱਥੇ ਤੁਹਾਨੂੰ ਸ਼ਾਇਦ ਮੇਰੀ ਪਹਿਲੀ ਜੰਗ ਦੇਖਣ ਨੂੰ ਉੱਥੇ ਮਿਲੇਗੀ, ਮੈਂ ਕਿੱਦਾਂ ਲੜਦਾ ਵਾਂ। ਕਿੰਨੇ ਸਥਾਨ ਅਜਿਹੇ ਨੇ ਜਿਨ੍ਹਾਂ ਉੱਤੇ? ਕਾਫੀ ਸਥਾਨ ਨੇ ਜੀ, ਮੇਰੇ ਕੋਲ ਸਭ ਦੀ ਲਿਸਟ ਹੈ। ਹੁਣ ਮੈਂ ਲੋਕਾਂ ਨੂੰ ਤਾਂ ਕਹੂੰਗਾ ਨਹੀਂ ਆਓ ਮੇਰੇ ਨਾਲ ਖੜੋ ਜੀ, ਮੈਂ ਭੀੜ ਇਕੱਠੀ ਕਰਾਂ 35 ਬੰਦੇ ਦੀ, 40 ਬੰਦੇ ਦੀ, ਲੋਕਾਂ 'ਚ ਦਹਿਸ਼ਤ ਪਾਉਣਾ। ਆਪਾਂ ਨੂੰ ਆਪਣੇ ਆਪ ਤੇ ਹੀ ਭਰੋਸਾ ਆ। ਸਾਡੇ ਪਿੱਛੇ ਕਲਗੀਧਰ ਪਾਤਸ਼ਾਹ ਦਾ ਥਾਪਣਾ ਖੜਾ ਆ, ਜਿਹਨੇ ਆਣਾ ਉਹਨੇ ਆਈ ਜਾਣਾ। ਮੇਰੇ ਨਾਲ, ਮੈਂ ਦੱਸ ਚੁੱਕਿਆ ਨਾ, ਮੇਰੇ ਨਾਲ ਭੀੜ ਨਾ ਇਕੱਠੀ ਹੈ। ਜਿਹੜਾ ਬੰਦਾ ਨਿਤਨੇਮੀ ਹੈ, ਅੰਮ੍ਰਿਤ ਵੇਲੇ ਉੱਠਦਾ ਆ, 2 ਵਜੇ ਉੱਠਦਾ ਆ, 3 ਵਜੇ, 4 ਵਜੇ ਉੱਠਦਾ ਆ, ਇਮਾਨਦਾਰੀ ਨਾਲ ਆਪਣੇ ਮਾਂ-ਬਾਪ ਦੀ ਸੇਵਾ ਕਰਦਾ ਆ, ਹਨਾ, ਬ੍ਰਹਮਚਾਰੇ 'ਚ ਰਹਿ ਰਿਹਾ ਆ, ਗੁਰੂ ਗੋਬਿੰਦ ਸਿੰਘ ਤੇ ਭਰੋਸਾ ਕਰਦਾ ਹੈ, ਸ਼ਸਤਰ ਵਿਦਿਆ ਸਿੱਖਦਾ ਆ, ਉਹ ਮੇਰੇ ਅਸਲੀ ਯਾਰ ਨੇ। ਉਹ ਮੇਰੇ ਭਰਾ ਨੇ, ਮੇਰੇ ਵੱਡੇ ਭਰਾ ਨੇ, ਛੋਟੇ ਭਰਾ ਨੇ। ਜਿਹੜੇ ਆਹ ਬੈੱਡਾਂ 'ਚ ਬੈਠੇ ਨੇ ਯਾਰ, ਹੋਰ ਹਸਤ ਮੈਥਨ ਵਗੈਰਾ ਪੁੱਠੀਆਂ ਜਿਹੀਆਂ ਹਰਕਤਾਂ ਕਰਦੇ ਆ, ਜਾਂ ਬ੍ਰਹਮਚਾਰੀ ਨੇ ਧੀਆਂ ਨੂੰ ਧੀਆਂ ਨਹੀਂ ਸਮਝਦੇ ਹੈ, ਗੰਦ ਫੈਲਾਇਆ ਪਿਆ ਜਿਨ੍ਹਾਂ ਨੇ, ਉਹਨਾਂ ਮੂਹਰੇ ਮੇਰੇ ਹੱਥ ਜੋੜੇ, ਉਹ ਮੇਰੇ ਤੋਂ ਦੂਰ ਹੀ ਰਹਿਣ, ਮੇਰੇ ਮਤਲਬ ਦੇ ਬੰਦੇ ਨਹੀਂ ਜੀ। ਬਿਲਕੁਲ। ਤਾਂ ਬਹੁਤ ਸਾਰੀ ਵਿਚਾਰ ਚਰਚਾ ਹੋਈ ਹੈ, ਇਕਬਾਲ ਸਿੰਘ ਢਿੱਲੋਂ ਹੋਣਾ ਦੇ ਸਵਾਲਾਂ ਦੇ ਜਵਾਬ ਵੀ ਮਿਲੇ, ਕੁਛ ਜੋ ਗੁਰਬਖਸ਼ ਸਿੰਘ ਹੋਣਾ ਨੇ ਰਿਸਰਚ ਕੀਤੀ ਸੀ ਉਹਨਾਂ ਦੇ ਜਵਾਬ ਮਿਲੇ, ਕਾਫੀ ਸਾਰੀ ਚਰਚਾ ਹੋਈ। ਅੰਮ੍ਰਿਤਪਾਲ ਹੋਣਾ ਉੱਤੇ ਵੀ ਉਹਨਾਂ ਨੇ ਬੋਲਿਆ। ਤੁਹਾਨੂੰ ਇਹ ਸਾਰੇ ਵਿਚਾਰ ਕਿਵੇਂ ਲੱਗੇ? ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਰੱਖੋ। ਪੰਜਾਬ ਅਨਕਟ ਬਰਾਊਜ਼ ਡੇਲੀ ਟੀਵੀ ਨੂੰ ਫੋਲੋ ਕਰੋ। ਧੰਨਵਾਦ।